ਹੈਲੋ ਸਟੂਡੈਂਟਸ। ਹਾਂਜੀ ਬੇਟਾ, ਅੱਜ ਆਪਾਂ ਅੱਗੇ ਜਿਹੜਾ ਹੈਗਾ ਆਪਣਾ ਟੌਪਿਕ ਜਿਹਦੀ ਮੈਂ ਤੁਹਾਨੂੰ PDF ਭੇਜਤੀ ਸੀ ਉਹਦਾ ਤੁਹਾਨੂੰ ਵੀਡੀਓ ਸਮਝਾਉਣ ਵਾਸਤੇ ਭੇਜ ਰਹੇ ਹਾਂ ਅਤੇ ਤੁਸੀਂ ਇਹਨੂੰ ਧਿਆਨ ਨਾਲ ਸਮਝਣਾ, ਠੀਕ ਹੈ। ਕਿਉਂਕਿ ਆਪਣੇ ਹੁਣ ਅੱਗੇ ਪੇਪਰ ਵੀ ਆ ਗਏ, 22 ਮੰਥਲੀ ਟੈਸਟ ਆ ਰਹੇ ਨੇ, ਉਹਦੇ ਵਿੱਚ ਪਹਿਲੀਆਂ 2 ਯੂਨਿਟਸ ਹੀ ਆਉਣੀਆਂ ਨੇ, ਤਾਂ ਦੂਸਰੀ ਯੂਨਿਟ ਦੇ ਵਿੱਚ ਲਗਭਗ 2 ਵੀਡੀਓ ਹੋਰ ਆਉਣਗੀਆਂ ਅਤੇ ਆਪਣਾ ਸਾਰਾ ਸਿਲੇਬਸ ਦੂਜੀ ਯੂਨਿਟ ਦਾ ਖਤਮ ਹੋ ਜਾਊਗਾ, ਠੀਕ ਹੈ। ਜਿਹਨੂੰ ਕੋਈ ਚੀਜ਼ ਸਮਝ ਨਹੀਂ ਆਈ ਵੀਡੀਓ ਦੁਬਾਰਾ ਦੇਖ ਲਓ, ਠੀਕ ਹੈ, ਬਾਰ-ਬਾਰ ਦੇਖ ਲਓ। ਜੇ ਫਿਰ ਵੀ ਸਮਝ ਨਹੀਂ ਆਉਂਦੀ ਤਾਂ ਮੈਨੂੰ ਪੁੱਛ ਲਓ। ਹਾਂਜੀ, ਸਾਡਾ ਟੌਪਿਕ ਕੀ ਹੈ? ਸਾਡੇ ਟੌਪਿਕ ਦਾ ਨਾਮ ਹੈਗਾ ਪ੍ਰੋਜੈਕਟਾਈਲ। ਪ੍ਰੋਜੈਕਟਾਈਲ ਤੁਹਾਡੇ ਕੋਲ ਜੇਕਰ ਆਪਣੀ ਕਾਪੀਆਂ ਹੈਗੀਆਂ ਤੁਸੀਂ ਨਾਂ ਰੱਖ ਸਕਦੇ ਹੋ। ਪ੍ਰੋਜੈਕਟਾਈਲ ਕੀ ਚੀਜ਼ ਹੁੰਦੀ ਹੈ? ਇਹ ਕੋਈ ਵੀ ਜਿਹੜੀ ਦੀ ਡੈਫੀਨੇਸ਼ਨ ਲਿਖੀ ਹੋਈ ਹੈ ਬੁੱਕ ਦੇ ਵਿੱਚ, ਉਹ ਕੀ ਹੈ? ਇਟ ਇਜ਼ ਦਾ ਨੇਮ ਗਿਵਨ ਟੂ ਏ ਬਾਡੀ ਥਰੋਨ ਵਿਦ ਸਮ ਇਨੀਸ਼ੀਅਲ ਵੈਲੋਸਿਟੀ ਵਿਦ ਦ ਹੋਰੀਜ਼ੈਂਟਲ ਡਾਇਰੈਕਸ਼ਨ and then allowed to move in 2 dimension under the action of gravity alone without being propelled by any engine or fuel। ਕੀ ਮਤਲਬ ਹੈ? ਮੈਂ ਦੁਬਾਰਾ ਫਿਰ ਬੋਲ ਰਿਹਾ ਕਿ ਇਟ ਇਜ਼ ਅ ਨੇਮ ਗਿਵਨ ਟੂ ਏ ਬਾਡੀ। ਇੱਕ ਇਹ ਕਿਸੇ ਬਾਡੀ ਨੂੰ ਨਾਮ ਦਿੱਤਾ ਗਿਆ ਹੈ। ਕਿਹੜੀ ਬਾਡੀ ਨੂੰ ਨਾਮ ਦਿੱਤਾ ਗਿਆ? ਜਿਹਨੂੰ ਆਪਾਂ ਕਿਸੇ ਇਨੀਸ਼ੀਅਲ ਵੈਲੋਸਿਟੀ ਦੇ ਨਾਲ, ਇਨੀਸ਼ੀਅਲ ਵੈਲੋਸਿਟੀ ਮਤਲਬ ਮੈਂ ਕੁਛ ਵੈਲੋਸਿਟੀ ਨਾਲ ਕਿਸੇ ਮਤਲਬ ਫੋਰਸ ਲਗਾ ਕੇ ਉਹਨੂੰ ਭਗਾ ਕੇ ਮਾਰਦਾ, ਉਹਨੂੰ ਥਰੋ ਕਰ ਦੇਣਾ ਹੌਰੀਜ਼ੈਂਟਲ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। ਹੌਰੀਜ਼ੈਂਟਲ ਦਾ ਮਤਲਬ ਹੁੰਦਾ ਜਿਵੇਂ ਆਹ ਦੇਖੋ, ਜਿਵੇਂ ਆਪਣੇ ਕੋਲ ਇਹ ਧਰਤੀ ਹੈ, ਮੰਨ ਲਓ ਇਹ ਧਰਤੀ ਹੈ, ਠੀਕ ਹੈ। ਤਾਂ ਮੈਂ ਕੀ ਕਰ ਸਕਦਾ, ਇੱਥੋਂ ਇੱਕ ਖੜ੍ਹ ਕੇ ਇੱਥੋਂ ਇੱਕ ਗੇਂਦ ਭਗਾ ਕੇ ਮਾਰੀ, ਤਾਂ ਇਹ ਜੋ ਮੈਂ ਗੇਂਦ ਮਾਰੀ ਹੈ, ਇਸ ਗੇਂਦ ਦਾ ਨਾਮ ਹੈ ਪ੍ਰੋਜੈਕਟਾਈਲ, ਠੀਕ ਹੈ। ਪ੍ਰੋਜੈਕਟਾਈਲ ਕਿਸੇ ਵੀ ਬਾਡੀ ਦਾ ਨਾਮ ਹੈ। ਗੇਂਦ ਵੀ ਹੋ ਸਕਦੀ ਹੈ, ਕੋਈ ਰੋੜਾ ਵੀ ਹੋ ਸਕਦਾ ਹੈ, ਠੀਕ ਹੈ। ਕੋਈ ਆਪਾਂ ਜੈਵਲਿਨ ਥਰੋ ਕਰਦੇ ਹਾਂ ਉਹ ਵੀ ਹੋ ਸਕਦਾ ਹੈ। ਕੋਈ ਵੀ ਚੀਜ਼ ਜਿਹਨੂੰ ਆਪਾਂ ਨੇ ਇੱਕ ਜਗ੍ਹਾ ਤੋਂ ਖੜ੍ਹ ਕੇ ਹੌਰੀਜ਼ੈਂਟਲ ਡਾਇਰੈਕਸ਼ਨ ਮਤਲਬ ਧਰਤੀ ਦੇ ਪੈਰਲਲ, ਜਿਹਨੂੰ ਆਪਾਂ ਹੌਰੀਜ਼ੈਂਟਲ ਦੇ ਮਤਲਬ ਧਰਤੀ ਦੇ ਨਾਲ ਆਪਾਂ ਨੂੰ ਭਗਾ ਕੇ ਮਾਰਿਆ, ਅਤੇ ਇਹਦੇ 'ਚ ਸਿਰਫ ਇੱਕ ਵਾਰੀ ਫੋਰਸ ਲੱਗੀ ਹੈ, ਠੀਕ ਹੈ। ਦੂਜੀ ਗੱਲ 2 ਡਾਇਮੈਂਸ਼ਨਲ ਮੋਸ਼ਨ ਕਰ ਰਿਹਾ। 2 ਡਾਇਮੈਂਸ਼ਨਲ ਮੋਸ਼ਨ ਕੀ ਮਤਲਬ ਹੈ ਇਹਦਾ? ਹੁਣ ਇਹ ਇਹਦੀਆਂ ਦੋ ਚੀਜ਼ਾਂ ਬਦਲ ਰਹੀਆਂ ਨੇ। ਇੱਕ ਤਾਂ ਇਹ ਇੱਧਰ ਨੂੰ ਜਾ ਰਿਹਾ, ਇਸ ਡਾਇਰੈਕਸ਼ਨ 'ਚ ਜਾ ਰਿਹਾ, ਠੀਕ ਹੈ। ਦੂਜਾ ਇਹ ਉੱਪਰ ਜਾ ਕੇ ਪਹਿਲਾਂ ਉੱਪਰ ਨੂੰ ਗਿਆ ਫਿਰ ਨੀਚੇ ਨੂੰ ਆਇਆ, ਪਰ ਇਹ ਨਾ ਤਾਂ ਮਤਲਬ ਕਿ ਪਰਲੇ ਪਾਸੇ ਨੂੰ ਗਿਆ ਨਾ ਇੱਧਰਲੇ ਪਾਸੇ ਨੂੰ ਆਇਆ। ਮਤਲਬ ਇਹ ਸਿਰਫ ਇਹਦੀ ਇਕੱਲਾ ਲੰਬਾਈ ਚੇਂਜ ਹੋ ਰਹੀ ਹੈ, ਇੱਕ ਇਹਦੀ ਚੌੜਾਈ ਵਾਲੇ ਪਾਸੇ ਨੂੰ ਨਹੀਂ ਇਹ ਕਿਸੇ ਪਾਸੇ ਨੂੰ ਜਾਂਦਾ, ਸਿਰਫ 2 ਡਾਇਮੈਂਸ਼ਨਲ ਮੋਸ਼ਨ ਕਰਦਾ, 3 ਡਾਇਮੈਂਸ਼ਨਲ ਮੋਸ਼ਨ ਨਹੀਂ ਕਰਦਾ ਇਹ। ਤਾਂ ਇਟ ਇਜ਼ ਅ ਨੇਮ ਗਿਵਨ ਟੂ ਏ ਬਾਡੀ ਵਿਚ ਇਜ਼ thrown with some initial velocity along the horizontal direction allowed to move in 2 direction motion and it move under the effect of gravity alone। ਮਤਲਬ ਤੁਸੀਂ ਇੱਕ ਵਾਰੀ ਫੋਰਸ ਲਗਾਈ ਇਹਨੂੰ ਭੇਜਣ ਵਾਸਤੇ, ਉਸ ਤੋਂ ਬਾਅਦ ਇਹ ਸਿਰਫ ਗ੍ਰੈਵਿਟੀ ਕਰਕੇ, ਮੇਰੀ ਫੋਰਸ ਕਰਕੇ ਪਹਿਲਾਂ ਇੱਥੇ ਤੱਕ ਗਿਆ ਅਤੇ ਗ੍ਰੈਵਿਟੀ ਕਰਕੇ ਇਹ ਕੀ ਆਊਗਾ, ਨੀਚੇ ਆ ਜਾਊਗਾ। ਇਹਦੇ ਉੱਪਰ ਹੋਰ ਕੋਈ ਫੋਰਸ ਨਹੀਂ ਲੱਗ ਰਹੀ। ਇਹ ਇੱਕ ਜਹਾਜ਼ ਵਾਂਗੂ ਨਹੀਂ ਹੈਗਾ ਜਿਹਦੇ ਪਿੱਛੇ ਇੰਜਨ ਲੱਗਿਆ ਹੁੰਦਾ। ਇਹਦੇ ਵਿੱਚ ਕੋਈ ਫਿਊਲ ਜਾਂ ਕੋਈ ਇੰਜਨ ਨਹੀਂ। ਜਿਵੇਂ ਲਾਸਟ ਲਿਖਿਆ ਬੀਇੰਗ ਪ੍ਰੋਪੈਲਡ ਬਾਏ ਐਨੀ ਇੰਜਨ ਔਰ ਫਿਊਲ ਵਿਦਾਊਟ ਬੀਇੰਗ ਪ੍ਰੋਪੈਲਡ, ਮਤਲਬ ਇਹਦੇ ਪਿੱਛੇ ਕੋਈ ਇੰਜਨ ਜਾਂ ਫਿਊਲ ਨਹੀਂ ਹੈਗਾ ਵੀ ਜਿਹੜਾ ਇਹਨੂੰ ਅੱਗੇ ਤੋਰੀ ਜਾਂਦਾ। ਸਿਰਫ ਇੱਕ ਵਾਰੀ ਆਪਾਂ ਨੂੰ ਇਨੀਸ਼ੀਅਲ ਵੈਲੋਸਿਟੀ ਨਾਲ ਸਿੱਟਤਾ, ਉਸ ਤੋਂ ਬਾਅਦ ਇਹਨੇ ਗ੍ਰੈਵਿਟੀ ਦੇ ਨਾਲ ਹੀ ਆਪਣਾ ਰਸਤਾ ਤੈਅ ਕਰਨਾ ਹੈ। ਤਾਂ ਗ੍ਰੈਵਿਟੀ ਕਰਕੇ ਇਹ ਪਹਿਲਾਂ ਮੇਰੀ ਫੋਰਸ ਕਰਕੇ ਪਹਿਲਾਂ ਉੱਪਰ ਨੂੰ ਜਾਂਦਾ ਅਤੇ ਗ੍ਰੈਵਿਟੀ ਉਹਨੂੰ ਦੁਬਾਰਾ ਕੀ ਕਰ ਦਿੰਦੀ ਹੈ, ਨੀਚੇ ਲੈ ਜਾਂਦੀ ਹੈ। ਤਾਂ ਇਟ ਇਜ਼ ਦਾ ਪ੍ਰੋਜੈਕਟਾਈਲ। ਤਾਂ ਇਹਦੀ ਐਗਜ਼ਾਮਪਲ ਕੀ ਹੋ ਸਕਦੀ ਹੈ? ਇਹਦੀ ਐਗਜ਼ਾਮਪਲ ਬਹੁਤ ਜਿੰਨੀਆਂ ਮਰਜ਼ੀ ਲਗਾ ਲਓ ਤੁਸੀਂ, ਠੀਕ ਹੈ। ਜਿਵੇਂ ਬੁੱਕ 'ਚ ਮੈਂ ਤੁਹਾਨੂੰ ਜਿਹੜੀ PDF ਭੇਜੀ ਉਹ 'ਚ ਲਿਖਿਆ ਹੋਇਆ ਬੋਡੀ ਡਰੋਪਡ ਫਰੋਮ ਏ ਵਿੰਡੋ ਆਫ ਮੂਵਿੰਗ ਟ੍ਰੇਨ। ਇੱਕ ਮੂਵਿੰਗ ਟ੍ਰੇਨ ਦੀ ਵਿੰਡੋ 'ਚ ਆਪਾਂ ਨੇ ਕੋਈ ਕਾਗਜ਼ ਜਾਂ ਕੋਈ ਰੋੜਾ ਕੁਛ ਵੀ ਬਾਹਰ ਸਿੱਟਤਾ। ਇੱਕ ਬੰਬ ਜਿਹੜਾ ਆਪਾਂ ਐਰੋਪਲੇਨ ਤੋਂ ਸਿੱਟ ਦਿੰਦੇ ਹਾਂ, ਉਹ ਇੱਕ ਬੁਲੇਟ ਫਾਇਰ ਕਰਦੇ ਹਾਂ ਆਪਾਂ ਰਾਈਫਲ ਦੇ ਵਿੱਚੋਂ, ਜਾਂ ਇੱਕ ਸਟੋਨ ਪੱਥਰ ਜਿਹੜਾ ਆਪਾਂ ਸਿੱਟ ਦਿੰਦੇ ਹਾਂ ਕਿਸੇ ਵੀ ਡਾਇਰੈਕਸ਼ਨ 'ਚ। ਇੱਕ ਜੈਵਲੀਨ ਜਾਂ ਹੈਮਰ ਥਰੋ ਹੁੰਦਾ, ਡਿਸਕ ਥਰੋ ਹੁੰਦੀ ਹੈ, ਉਹ ਹੋ ਗਿਆ। ਜੈਟ ਆਫ ਦਾ ਵਾਟਰ ਇਸ਼ੂ ਫਰੋਮ ਦਾ ਹੋਲ ਨੀਅਰ ਦਾ ਬਾਟਮ ਆਫ ਦਾ ਵਾਟਰ ਟੈਂਕ। ਇੱਕ ਪਾਣੀ ਦੀ ਟੈਂਕੀ ਦੇ ਨੀਚੇ ਹੋਲ ਹੋ ਗਿਆ ਤਾਂ ਉਹ 'ਚੋਂ ਧਾਰ ਨਿਕਲਦੀ ਹੈ। ਜਿਵੇਂ ਆਪਾਂ ਕਹਿੰਦੇ ਬੋਤਲ ਹੈ, ਠੀਕ ਹੈ, ਆਹ ਬੋਤਲ ਹੈ, ਇਹਦੇ ਵਿੱਚ ਪਲਾਸਟਿਕ ਦੀ ਬੋਤਲ ਆਪਾਂ 'ਚ ਪਾਣੀ ਪਾਇਆ ਹੋਇਆ, ਤਾਂ ਆਪਾਂ ਇੱਥੇ ਇੱਕ ਮੋਰੀ ਕੱਢ ਦਾਂਗੇ ਤਾਂ ਪਾਣੀ ਨਿਕਲ ਕੇ ਇਸ ਤਰ੍ਹਾਂ ਨੀਚੇ ਗਿਰੂਗਾ। ਸੋ ਦਿਸ ਇਜ਼ ਕੀ ਹੈ, ਇਹ ਵੀ ਜਿਹੜਾ ਹੈਗਾ ਪ੍ਰੋਜੈਕਟਾਈਲ ਹੀ ਹੈ। ਤਾਂ ਅੱਗੇ ਸਾਡੇ ਕੋਲ ਜਿਹੜਾ ਇਹ ਪ੍ਰੋਜੈਕਟਾਈਲ ਹੈ, ਕਹਿੰਦਾ ਦਾ ਅਬਵ ਐਗਜ਼ਾਮਪਲ ਵੀ ਫਾਈਂਡ ਦੈਟ ਦਾ ਪ੍ਰੋਜੈਕਟਾਈਲ ਮੂਵ ਅੰਡਰ ਦਾ ਕੰਬਾਈਨਡ ਇਫੈਕਟ ਆਫ 2 ਵੈਲੋਸਿਟੀਜ਼। 2 ਤਰ੍ਹਾਂ ਦੀ ਵੈਲੋਸਿਟੀ ਇਹ 'ਚ ਲੱਗਦੀਆਂ ਨੇ। ਆਪਾਂ ਵੈਲੋਸਿਟੀ ਤਾਂ ਇੱਕੋ ਹੀ ਹੁੰਦੀ ਹੈ, ਪਰ ਉਹਦੇ 2 ਕੰਪੋਨੈਂਟ ਹੁੰਦੇ ਨੇ। ਕਿਹੜੇ? ਦੇਖੋ, ਇੱਕ ਤਾਂ ਕੰਪੋਨੈਂਟ, ਹੁਣ ਮੈਂ ਇਹਨੂੰ ਇੱਥੋਂ ਸਮਝਦੇ ਆਪਾਂ। ਹੁਣ ਮੈਂ ਇਹਨੂੰ ਇੱਥੋਂ ਭਗਾ ਕੇ ਮਾਰਿਆ ਇਸ ਡਾਇਰੈਕਸ਼ਨ ਦੇ ਵਿੱਚ, ਤਾਂ ਇਹ ਇਸ ਵੈਲੋਸਿਟੀ ਦੀ ਡਾਇਰੈਕਸ਼ਨ ਕੀ ਹੋਗੀ, ਆਹ ਹੋਗੀ। ਇੱਧਰ ਨੂੰ ਮੇਰੀ ਵੈਲੋਸਿਟੀ ਸੀ, ਮੈਂ ਇਸ ਡਾਇਰੈਕਸ਼ਨ 'ਚ ਮਾਰਿਆ। ਤਾਂ ਜੇਕਰ ਮੈਨੂੰ ਹੁਣ ਤੁਸੀਂ ਯਾਦ ਕਰੋ ਆਪਣਾ ਪਿਛਲੇ ਜਿਹੜਾ ਆਪਾਂ ਟੌਪਿਕ ਪੜ੍ਹੇ ਨੇ, ਰਿਜ਼ੋਲਵ ਕਰਨਾ, ਵੈਕਟਰ ਨੂੰ ਆਪਾਂ 2 ਭਾਗਾਂ 'ਚ ਰਿਜ਼ੋਲਵ ਕਰ ਸਕਦੇ ਹਾਂ। ਤਾਂ V ਨੂੰ ਮੈਂ 2 ਭਾਗਾਂ 'ਚ, ਜੇ ਆਪਾਂ ਆਹ ਐਂਗਲ ਥੀਟਾ ਮੰਨ ਲਈਏ ਤਾਂ V ਨੂੰ ਮੈਂ 2 ਭਾਗਾਂ 'ਚ ਬਣ ਸਕਦਾ। ਇੱਕ V cos ਥੀਟਾ ਇਸ ਡਾਇਰੈਕਸ਼ਨ ਦੇ ਵਿੱਚ, ਇੱਕ ਇਹਦੇ ਬਿਲਕੁਲ 90 ਡਿਗਰੀ ਦੇ ਉੱਪਰ, ਆਹ ਐਂਗਲ 90 ਡਿਗਰੀ, ਤਾਂ ਇਹ ਬਣ ਗਿਆ V sin ਥੀਟਾ। ਤਾਂ 2 ਵੈਲੋਸਿਟੀ ਦੇ ਕੰਪੋਨੈਂਟ ਬਣਦੇ ਨੇ, ਇੱਕ ਹੌਰੀਜ਼ੈਂਟਲ ਕੰਪੋਨੈਂਟ ਹੈ, ਇੱਕ ਵਰਟੀਕਲ ਕੰਪੋਨੈਂਟ ਹੈ। ਇੱਕ ਹੌਰੀਜ਼ੈਂਟਲ ਕੰਪੋਨੈਂਟ ਹੈ, ਇੱਕ ਵਰਟੀਕਲ ਕੰਪੋਨੈਂਟ ਹੈ, ਠੀਕ ਹੈ। ਤਾਂ ਸਾਡੇ ਕੋਲ ਅਸੀਂ ਜਦੋਂ ਪ੍ਰੋਜੈਕਟਾਈਲ ਦੇ ਮੋਸ਼ਨ ਦੀ ਗੱਲ ਕਰਾਂਗੇ, ਇਹ 'ਚ ਅਸੀਂ 2-3 ਗੱਲਾਂ ਨੂੰ ਮੰਨ ਕੇ ਚੱਲਾਂਗੇ। ਨੰਬਰ 1, ਦੇਰ ਇਜ਼ ਨੋ ਫ੍ਰਿਕਸ਼ਨਲ ਰਜਿਸਟੈਂਸ ਆਫ ਏਅਰ, ਕਿ
ਇੱਥੇ ਕੋਈ ਵੀ 에ਅਰ ਦਾ ਰਜਿਸਟੈਂਸ ਨਹੀਂ ਹੈਗਾ। ਅਸੀਂ ਮੰਨ ਕੇ ਚੱਲ ਰਹੇ ਹਾਂ ਕਿ 에ਅਰ ਹੈ ਨਹੀਂ, ਜਾਂ 에ਅਰ ਹੁਣ ਆਪਾਂ ਨੂੰ ਪਤਾ ਹੈ ਜੇ ਆਪਾਂ ਕੋਈ ਵੀ ਚੀਜ਼ ਮਾਰਾਂਗੇ ਤਾਂ 에ਅਰ ਉਹਦੇ ਰਸਤੇ ਨੂੰ ਬਲੌਕ ਕਰਦੀ, ਇਹਨੂੰ ਰੋਕਦੀ, ਇਹਨੂੰ ਹੌਲੀ ਕਰਦੀ ਹੈ। ਆਪਾਂ ਸਾਈਕਲ 'ਤੇ ਜਾਂਦੇ ਹਾਂ, ਮੋਟਰਸਾਈਕਲ 'ਤੇ ਆਪਾਂ ਨੂੰ ਫੀਲ ਹੁੰਦਾ ਨਾ ਜਦੋਂ ਹਵਾ ਉਲਟ ਚੱਲਦੀ ਹੋਵੇ ਕਿ ਬਹੁਤ ਔਖਾ ਚੱਲ ਰਿਹਾ, ਤਾਂ ਜਿਹੇ ਇਸ ਕਰਕੇ ਆਪਾਂ ਮੰਨ ਕੇ ਚੱਲ ਰਹੇ ਕਿ 에ਅਰ ਦਾ ਰਜਿਸਟੈਂਸ ਨਹੀਂ ਹੈਗਾ, 에ਅਰ ਸਾਡੇ 'ਤੇ ਮੋਸ਼ਨ 'ਤੇ ਕੋਈ ਪ੍ਰਭਾਵ ਨਹੀਂ ਪਾ ਰਹੀ। ਦੂਜਾ ਇਫੈਕਟ ਡਿਊ ਟੂ ਦਾ ਰੋਟੇਸ਼ਨ ਆਫ ਦਾ ਅਰਥ ਐਂਡ ਕਰਵੇਚਰ ਆਫ ਦਾ ਅਰਥ ਇਜ਼ ਨਿਗਲੀਜੀਬਲ, ਕਿ ਜਿਹੜੀ ਧਰਤੀ ਦੀ ਗੁਲਾਈ ਹੈ, ਅਸੀਂ ਮੰਨ ਕੇ ਚੱਲ ਰਹੇ ਕਿ ਧਰਤੀ ਗੋਲ ਨਹੀਂ, ਧਰਤੀ ਸਿੱਧੀ ਹੈ ਤੇ ਧਰਤੀ ਘੁੰਮ ਵੀ ਰਹੀ ਹੈ ਨਾਲ ਨਾਲ, ਅਸੀਂ ਉਹਦੇ ਇਫੈਕਟ ਨੂੰ ਵੀ ਅਸੀਂ ਨੈਗਲੀਜੀਬਲ ਮੰਨ ਕੇ ਚੱਲ ਰਹੇ ਹਾਂ। ਐਕਸ਼ਨ ਡਿਊ ਟੂ ਦਾ ਗ੍ਰੈਵਿਟੀ ਇਜ਼ ਕਾਂਸਟੈਂਟ ਇਨ ਮੈਗਨੀਟਿਊਡ ਐਂਡ ਡਾਇਰੈਕਸ਼ਨ ਐਟ ਆਲ ਦਾ ਪੁਆਇੰਟ ਆਫ ਮੋਸ਼ਨ ਆਫ ਦਾ ਪ੍ਰੋਜੈਕਟਾਈਲ, ਅਤੇ ਇੱਕ ਹੀ ਗੱਲ ਮੰਨ ਕੇ ਚੱਲ ਰਹੇ ਕਿ ਹਰੇਕ ਪੁਆਇੰਟ ਤੇ ਗ੍ਰੈਵਿਟੀ ਦੀ ਵੈਲਿਊ ਸੇਮ ਹੈ। ਇੱਥੇ ਵੀ ਗ੍ਰੈਵਿਟੀ ਦੀ ਵੈਲਿਊ ਸੇਮ ਹੈ, ਇੱਥੇ ਵੀ ਗ੍ਰੈਵਿਟੀ ਦੀ ਵੈਲਿਊ ਸੇਮ ਹੈ, ਇੱਥੇ ਵੀ ਗ੍ਰੈਵਿਟੀ ਦੀ ਵੈਲਿਊ ਸੇਮ ਹੈ, ਇੱਥੇ ਵੀ ਗ੍ਰੈਵਿਟੀ ਦੀ ਵੈਲਿਊ ਸੇਮ ਹੈ। ਹਰ ਪੁਆਇੰਟ ਦੇ ਉੱਪਰ ਗ੍ਰੈਵਿਟੀ ਦੀ ਵੈਲਿਊ ਕੀ ਹੈ, ਸੇਮ ਹੈ, ਤੇ ਡਾਇਰੈਕਸ਼ਨ ਵੀ ਕੀ ਹੈ, ਸੇਮ ਹੈ। ਹੁਣ ਸਾਡੇ ਕੋਲ ਦੋ ਤਰ੍ਹਾਂ ਦੇ ਪ੍ਰੋਜੈਕਟਾਈਲ ਆ ਜਾਂਦੇ ਨੇ। ਇਹ ਪਹਿਲਾ ਹੈਗਾ ਪ੍ਰੋਜੈਕਟਾਈਲ ਗਿਵਨ ਹੌਰੀਜ਼ੋਨਟਲ ਪ੍ਰੋਜੈਕਸ਼ਨ। ਦੋ ਆਰਟੀਕਲ ਨੇ ਆਪਣੇ ਕੋਲ, ਬਹੁਤ ਇੰਪੋਰਟੈਂਟ ਆਰਟੀਕਲ ਨੇ, ਇਸ ਲਈ ਧਿਆਨ ਨਾਲ ਸਮਝ ਲੈ ਇਹਨਾਂ ਨੂੰ। ਪ੍ਰੋਜੈਕਸ਼ਨ ਗਿਵਨ ਹੌਰੀਜ਼ੋਨਟਲ, ਪ੍ਰੋਜੈਕਟਾਈਲ ਗਿਵਨ ਹੌਰੀਜ਼ੋਨਟਲ ਪ੍ਰੋਜੈਕਸ਼ਨ, ਇਹਦਾ ਕੀ ਮਤਲਬ ਹੈ? ਇਹਦੀ ਸਮਝੋ ਡਾਇਗਰਾਮ ਤੋਂ ਕਿ ਮੈਂ ਮੰਨ ਲਓ ਇੱਕ ਕੋਈ ਬਿਲਡਿੰਗ ਹੈ, ਕੋਈ ਉੱਚੀ ਜਗ੍ਹਾ ਹੈ, ਇਹ ਕੋਈ ਉੱਚੀ ਜਗ੍ਹਾ ਹੈ ਜਿਹਦੀ ਉਚਾਈ ਸਾਡੇ ਕੋਲੇ ਇੱਥੋਂ ਤੋਂ ਲੈ ਕੇ ਆਹ ਪੁਆਇੰਟ ਨੂੰ ਆਪਾਂ ਵਾਈ ਨਾਮ ਦੇਤਾ, ਆਹ ਪੁਆਇੰਟ ਨੂੰ ਆਪਾਂ ਓ ਨਾਮ ਦੇਤਾ। ਇੱਥੋਂ ਤੋਂ ਲੈ ਕੇ ਇੱਥੇ ਤੱਕ ਦੀ ਜਿਹੜੀ ਸਾਡੇ ਕੋਲ ਜਿਹੜੀ ਉਚਾਈ ਹੈ ਮੰਨ ਲਓ ਉਹ ਐਚ ਹੈ। ਮਤਲਬ ਮੈਂ ਕਿਸੇ ਉੱਚੀ ਜਗ੍ਹਾ 'ਤੇ ਖੜ੍ਹਾ, ਜਿਵੇਂ ਕਿਸੇ ਬਿਲਡਿੰਗ ਦੇ ਉੱਪਰ ਖੜ੍ਹਾ ਹੋਵਾਂ, ਤਾਂ ਆਪਾਂ ਜਿਵੇਂ ਆਪਾਂ ਇੱਕ ਬਿਲਡਿੰਗ 'ਤੇ ਖੜ੍ਹ ਕੇ ਇੱਕ ਰੋੜਾ ਵਗਾ ਕੇ ਮਾਰੀਏ ਤਾਂ ਕਿਵੇਂ ਜਾਊਗਾ? ਪਹਿਲਾਂ ਥੋੜ੍ਹਾ ਜਿਹਾ ਸਿੱਧਾ ਜਾਊਗਾ, ਫਿਰ ਇਹ ਕੀ ਆ ਜਾਊਗਾ, ਇਹ ਨੀਚੇ ਆ ਕੇ ਗਿਰ ਜਾਊਗਾ ਇਸ ਤਰ੍ਹਾਂ। ਤੁਹਾਨੂੰ ਪਤਾ ਹੀ ਆਪਾਂ ਨੇ ਇਹ ਬਹੁਤ ਵਾਰੀ ਕੀਤਾ ਇਸ ਤਰ੍ਹਾਂ ਦਾ ਕੰਮ, ਹੈ ਨਾ। ਉਚਾਈ 'ਤੇ ਖੜ੍ਹ ਕੇ ਆਪਾਂ ਕੋਈ ਚੀਜ਼ ਵਗਾ ਕੇ ਮਾਰਾਂਗੇ ਤਾਂ ਪਹਿਲਾਂ ਥੋੜ੍ਹਾ ਜਿਹਾ ਸਿੱਧਾ ਜਾਊਗੀ, ਠੀਕ ਹੈ, ਪੈਰਲਲ ਮਾਰਿਆ ਆਪਣੇ, ਧਰਤੀ ਦੇ ਪੈਰਲਲ ਮਾਰਿਆ ਆਪਣੇ, ਤਾਂ ਥੋੜ੍ਹਾ ਸਿੱਧਾ ਜਾਊਗੀ, ਫਿਰ ਨੀਚੇ ਆ ਜਾਊਗੀ। ਹੁਣ ਮੰਨ ਲਓ ਮੈਂ ਕਿੰਨੀ ਵੈਲੋਸਿਟੀ ਨਾਲ ਇਹਨੂੰ ਵਗਾ ਕੇ ਮਾਰਿਆ, ਉਹ ਮੇਰੀ ਵੈਲੋਸਿਟੀ ਹੈਗੀ ਹੈ ਯੂ, ਮੇਰੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਹੈਗੀ ਹੈ ਯੂ। ਹੁਣ ਮੈंने ਲਿਖਿਆ ਹੈ ਬੁੱਕ ਦੇ ਵਿੱਚ, ਮੈਂ ਲਿਖਿਆ ਹੈ, ਮੈਂ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ। ਕੰਸੀਡਰ ਕਹਿੰਦਾ ਓ ਐਕਸ ਦਾ ਹੌਰੀਜ਼ੈਂਟਲ ਲਾਈਨ ਪੈਰਲਲ ਟੂ ਦਾ ਓ ਵਾਈ, ਠੀਕ ਹੈ। ਇਹ ਮੰਨ ਲਓ ਕਹਿੰਦਾ ਇੱਕ ਓ ਐਕਸ, ਇਹ ਇੱਧਰ ਨੂੰ ਓ ਐਕਸ ਦਿਖਾਈ ਹੋਈ ਹੈ, ਇੱਕ ਹੌਰੀਜ਼ੈਂਟਲ ਲਾਈਨ ਹੈ ਜਿਹੜੀ ਓ ਵਾਈ ਦੇ ਪੈਰਲਲ ਹੈ, ਠੀਕ ਹੈ, ਇਹਦੇ ਪੈਰਲਲ ਹੈ ਇਹ ਆ ਇਹਦੇ, ਠੀਕ ਹੈ। ਐਂਡ ਓ ਵਾਈ ਇਜ਼ ਦਾ ਵਰਟੀਕਲ ਲਾਈਨ, ਸੌਰੀ ਓ ਐਕਸ ਜਿਹੜੀ ਹੈਗੀ ਹੈ ਪੈਰਲਲ ਲਾਈਨ ਹੈ ਹੌਰੀਜ਼ੈਂਟਲ ਦੇ, ਆਹ ਹੌਰੀਜ਼ੈਂਟਲ ਹੈ, ਆਹ ਲਾਈਨ ਨੂੰ ਹੌਰੀਜ਼ੈਂਟਲ ਬੋਲਾਂਗੇ ਧਰਤੀ ਦੀ ਸਤ੍ਹਾ, ਤੇ ਓ ਵਾਈ ਦੇ ਇਹ ਪਰਪੈਂਡੀਕੂਲਰ ਹੈ, ਓ ਵਾਈ ਦੇ ਇਹ ਪਰਪੈਂਡੀਕੂਲਰ ਹੈ। ਤਾਂ ਲੈਟ ਓ ਓਰੀਜਨ ਹੈ, ਇੱਥੋਂ ਇਹ ਓਰੀਜਨ ਪੁਆਇੰਟ ਹੈ ਮੰਨ ਲਓ, ਠੀਕ ਹੈ, ਫੋਰ ਦਾ ਐਕਸ ਐਂਡ ਵਾਈ ਐਕਸਿਸ, ਐਂਡ ਓ ਵਾਈ ਡਾਇਰੈਕਸ਼ਨ ਵੀ ਦਾ ਪੋਜ਼ਿਟਿਵ ਫੋਰ ਦਾ ਪੋਜੀਸ਼ਨ ਮੇਜਰਮੈਂਟ, ਠੀਕ ਹੈ। ਤਾਂ ਇਹ ਮੰਨ ਲਓ ਸਾਡੇ ਕੋਲ ਕਹਿੰਦਾ ਓ ਜਿਹੜਾ ਹੈਗਾ ਓਰੀਜਨ ਹੈ, ਤੇ ਸਾਡੀ ਕੋਲ ਜਿਹੜੀ ਓ ਵਾਈ ਡਾਇਰੈਕਸ਼ਨ ਹੈ ਉਹ ਪੋਜ਼ਿਟਿਵ ਮੰਨ ਕੇ ਚੱਲਦੇ ਹਾਂ ਅਸੀਂ, ਵੀ ਇੱਧਰ ਨੂੰ ਪੋਜ਼ਿਟਿਵ ਮੰਨ, ਇਹ ਵੈਲਿਊ ਆਪਾਂ ਪੋਜ਼ਿਟਿਵ ਲੈ ਕੇ ਚੱਲ ਰਹੇ ਇੱਧਰ ਨੀਚੇ ਨੂੰ। ਸਪੋਜ਼ ਕਰੋ ਕਹਿੰਦਾ ਆਬਜੈਕਟ ਵੀ ਪ੍ਰੋਜੈਕਟਡ ਫਰੋਮ ਦਾ ਪੁਆਇੰਟ ਓ ਗਿਵਨ ਗਰਾਊਂਡ ਵਿਦ ਦ ਵੈਲੋਸਿਟੀ ਯੂ ਹੌਰੀਜ਼ੈਂਟਲੀ ਅਲੋਂਗ ਦਾ ਓ ਐਕਸਿਸ ਸੱਚ ਦੈਟ ਦਾ x0 0 y0 0 at time t is equal to 0. Soon after projection the object will move under the combined effect of two independent perpendicular velocity. ਹੁਣ ਸਾਰੇ ਪੈਰੇ 'ਚ ਕਿਹਾ ਕੀ ਹੈ, ਇਹ ਮੈਂ ਤੁਹਾਨੂੰ ਕੀ ਪੜ੍ਹ ਕੇ ਕੀ ਸੁਣਾਇਆ, ਇਹ ਜਿਹੜਾ ਬੁੱਕ ਦੇ ਵਿੱਚ ਤੁਹਾਨੂੰ ਜਿਹੜੀ PDF ਭੇਜੀ ਉਹ 'ਚ ਪੈਰੇ 'ਚ ਜਿਹੜਾ ਪੈਰਾ ਲਿਖਿਆ ਹੋਇਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਇਹਦੇ ਸ਼ੁਰੂਆਤ ਦੇ ਵਿੱਚ। ਇਹ ਪੈਰੇ ਦੀ ਕੋਈ, ਇਹਨੂੰ ਆਪਾਂ ਰੱਟਾ ਨਹੀਂ ਮਾਰਨਾ ਹੁੰਦਾ, ਇਹਦੇ 'ਚ ਕੋਈ ਰੱਟੇ ਵਾਲੀ ਗੱਲ ਨਹੀਂ ਹੈਗੀ। ਤੁਸੀਂ ਸੋਚੋ ਵੀ ਵੀ ਇੰਨੀ ਇੰਗਲਿਸ਼ ਦੀਆਂ ਲਾਈਨਾਂ ਲਿਖੀਆਂ ਹੋਈਆਂ ਨੇ, ਇਹਨੂੰ ਆਪਾਂ ਰੱਟਾ ਮਾਰਨਾ ਨਾ, ਆਪਾਂ ਕੁਛ ਰੱਟਾ ਨਹੀਂ ਮਾਰਨਾ। ਇਹ 'ਚ ਜੋ ਵੀ ਮੈਂ ਡਾਇਗਰਾਮ ਦੇ ਵਿੱਚ ਕੀਤਾ ਹੈ ਉਸੇ ਨੂੰ ਲਿਖਿਆ। ਹੁਣ ਚਾਹੇ ਇਹਨੂੰ ਇਸੇ ਭਾਸ਼ਾ 'ਚ ਲਿਖ ਦਿਓ, ਇਸੇ ਲੈਂਗੁਏਜ 'ਚ ਲਿਖ ਦਿਓ, ਚਾਹੇ ਇਹਨੂੰ ਆਪਣੀ ਲੈਂਗੁਏਜ ਤੁਸੀਂ ਥੋੜ੍ਹੀ ਜਿਹੀ ਚੇਂਜ ਕਰਨੀ ਹੈ ਤਾਂ ਚੇਂਜ ਕਰ ਦਿਓ। ਕੀ ਲਿਖਿਆ ਇਹਦੇ ਵਿੱਚ ਕਿ ਮੰਨ ਲਓ ਸਾਡੇ ਕੋਲ ਇੱਕ ਪੁਆਇੰਟ O ਹੈ, ਠੀਕ ਹੈ, O ਐਕਸਿਸ ਇੱਕ ਲਾਈਨ ਹੈ, ਉਹ ਹੌਰੀਜ਼ੈਂਟਲ ਦੇ ਪੈਰਲਲ ਹੈ, O ਵਾਈ ਇੱਕ ਪਰਪੈਂਡੀਕੂਲਰ ਲਾਈਨ ਹੈ, ਉਹ ਸਾਡਾ ਓਰੀਜਨ ਪੁਆਇੰਟ ਹੈ। ਇੱਥੇ ਖੜ੍ਹਾ ਮੈਂ ਜਦੋਂ ਤਾਂ x0 ਅਤੇ y0 ਇਹ ਦੋਨੇ ਪੁਆਇੰਟਾਂ ਦੀ ਵੈਲਿਊ ਕਿੰਨੀ ਹੋਊਗੀ 0, ਦੋਨਾਂ ਦੀ ਵੈਲਿਊ ਕਿੰਨੀ ਹੈ 0, ਮਤਲਬ ਇਹ ਓਰੀਜਨ ਪੁਆਇੰਟ ਹੈ। ਆਪਾਂ ਨੂੰ ਪਤਾ ਨਾ ਓਰੀਜਨ ਪੁਆਇੰਟ 'ਤੇ ਕੀ ਹੁੰਦੀ ਹੈ 0 0, ਠੀਕ ਹੈ, ਅਤੇ ਟਾਈਮ ਵੀ ਕਿੰਨਾ 0। ਹਾਲੇ ਮੈਂ ਪ੍ਰੋਜੈਕਟਾਈਲ ਨੂੰ ਵਗਾ ਕੇ ਮਾਰਿਆ ਨਹੀਂ ਹੈਗਾ। ਮੰਨ ਲਓ ਮੈਂ ਪ੍ਰੋਜੈਕਟਾਈਲ ਨੂੰ ਵਗਾ ਕੇ ਮਾਰਿਆ, ਉਹ ਕਿੰਨੀ ਵੈਲੋਸਿਟੀ ਨਾਲ ਮਾਰਿਆ, u ਵੈਲੋਸਿਟੀ ਨਾਲ। ਜੇ ਹੁਣ ਤੁਸੀਂ ਧਿਆਨ ਨਾਲ ਦੇਖੋ u ਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਆਹ ਉੱਪਰਲੇ ਕੇਸ 'ਚ v ਦੀ ਡਾਇਰੈਕਸ਼ਨ ਇਸ ਤਰ੍ਹਾਂ ਸੀਗੀ, ਠੀਕ ਹੈ, ਪਰ ਇਸ ਕੇਸ ਦੇ ਵਿੱਚ ਉੱਪਰਲੇ ਕੇਸ v ਆ v ਇਸ ਤਰ੍ਹਾਂ ਸੀਗਾ, ਠੀਕ ਹੈ। ਇਸ ਕੇਸ 'ਚ u ਦੀ ਡਾਇਰੈਕਸ਼ਨ ਦੇਖੋ ਕੀ ਹੈ, ਪੈਰਲਲ ਟੂ ਹੌਰੀਜ਼ੈਂਟਲ, ਪੈਰਲਲ ਟੂ ਅਰਥ ਕਹਿ ਲਓ ਚਾਹੇ ਹੌਰੀਜ਼ੈਂਟਲ ਕਹਿ ਲਓ, ਠੀਕ ਹੈ। ਤਾਂ ਮਤਲਬ ਇਹ ਉੱਪਰ ਨੂੰ ਨਹੀਂ ਗਈ ਬੋਡੀ, ਸਿੱਧੀ ਧਰਤੀ ਦੇ ਪੈਰਲਲ ਗਈ ਹੈ। ਹੁਣ ਇਹਦੀਆਂ ਦੋ ਜਿਹੜੀ ਹੈਗੇ ਸਾਡੇ ਕੋਲ ਦੋ ਤਰ੍ਹਾਂ ਦੀਆਂ, ਇਹਨੂੰ ਜੇ ਆਪਾਂ ਡਿਵਾਈਡ ਕਰਨਾ ਚਾਹੀਏ ਦੋ ਭਾਗ, ਤਾਂ ਕਹਿੰਦਾ ਦੋ ਤਰ੍ਹਾਂ ਦੀਆਂ ਵੈਲੋਸਿਟੀ ਇੱਥੇ ਲੱਗ ਰਹੀਆਂ ਨੇ। ਇੱਕ ਤਾਂ ਹੈਗੀ ਹੌਰੀਜ਼ੈਂਟਲ ਵੈਲੋਸਿਟੀ, ਹੌਰੀਜ਼ੌਂਟਲ ਵੈਲੋਸਿਟੀ ਉਹ ਕਿੰਨੀ ਹੈ, ਉਹ ਸਾਡੇ ਕੋਲ ਹੈਗੀ ਹੈ u। ਅਤੇ ਵਰਟੀਕਲ ਵੈਲੋਸਿਟੀ ਜਿਵੇਂ 'ਚ ਆਪਾਂ ਬਣਾਈ ਸੀ, ਵਰਟੀਕਲ ਵੈਲੋਸਿਟੀ ਬਣਾਈ ਸੀ, ਉਹ ਕਿੰਨੀ ਹੋਊਗੀ, ਵਰਟੀਕਲ ਵੈਲੋਸਿਟੀ ਉਹ ਕਿੰਨੀ ਹੈ, ਉਹ 0। ਕਿਉਂ? ਕਿਉਂਕਿ ਆਪਾਂ ਨੇ ਤਾਂ ਉੱਪਰ ਨੂੰ ਮਾਰੇ ਹੀ ਨਹੀਂ ਇਹਨੂੰ, ਇਹ ਜਾਏ ਹੌਰੀਜ਼ੈਂਟਲ ਰਹੀ ਇਹ ਚੀਜ਼,
ठीक है। तो साडे कोल हुण पाथ ऑफ प्रोजैक्टाइल की गल करांगे आपां। इह 'च पाथ ऑफ द प्रोजैक्टाइल कि रस्ता किहो जिहा तय करूगा, पाथ ऑफ प्रोजैक्टाइल। हुण इहनूं समझो थोड़ा जिहा। हुण साडे कोले दो, मान लो किसी टाइम ते इत्थे पहुँच गई, जिहड़ा मैं चाहे गेंद मारी है चाहे रोड़ा मारिया जो भी मारिया, इत्थे पहुँच गया। मान लो ये की पॉइंट है, ये पी है, ये हैगा एक्स वाई। एक्स मतलब ये इधर नूं तां आ गया एक्स, धरती दे नाल नाल तां ये हॉरिजॉन्टल डायरेक्शन एक्स, उपर तो नीचे नूं किन्ना आ गया, ये आ गया वाई। ਇਹਦਾ मतलब ये है, ठीक है। तो हुण पहलां आपां गल करांगे पाथ ऑफ द प्रोजैक्टाइल कढण वास्ते, मोशन अलोंग हॉरिजेंटल, मोशन अलोंग हॉरिजॉन्टल, ठीक है। हुण मोशन अलोंग हॉरिजेंटल की है, हुण इहनूं इत्थों समझो। अपने कोले एक इक्वेशन सी जिहनूं आपां कहा सीगा डिस्टेंस ते वेलोसिटी इक्वेशन, ये वाली इक्वेशन याद करो। अपने इक्वेशन ऑफ मोशन इसे यूनिट दे विच पढ़ी, इहनूं आपां ऐ भी लिखिया सी, एस बराबर है यू टी प्लस हाफ ए टी स्केयर, ठीक है। इनू दोबारा मैं दसा, ये इक्वेशन है। हुण क्योंकि आप गल कर ही कर रहे हैं हॉरीजोंटल की, तो हॉरीजोंटल करके इनू चाहे तो इस फॉर्म च लिख लो, चाहे आपको इस तरह लिख लो, एस एक्स यू एक्स टी प्लस हाफ ए एक्स टी स्केयर। आ मैं नीचे पैर च एक्स पाया सारिਆਂ ਦੇ, ये क्यों पाया मैंने, ये एक्स पाने का मेरा मकसद की है, ਇਹਦਾ कारण हैगा कि यह मोशन किधर ਨੂੰ है, हॉरीजोंटल। हॉरीजोंटल डायरेक्शन ਕਿਹੜੀ है, एक्स एक्सिस वाली डायरेक्शन है जी, वो हॉरीजोंटल है, ठीक है जी। तो इस करके मेरे पैर च एक्स पाया है। हुण मैं डिस्टेंस कितना तय किया है, आ की हुंदा डिस्टेंस हुंदा ना, ये कितना तय किया मैं हॉरीजोंटल च, कितना डिस्टेंस तय किया मैंने, इधर नूं कितना आ गया, मैं एक्स डिस्टेंस तय किया। यू एक्स कितना मेरी हॉरीजोंटल वेलोसिटी कितनी है मेरी, यू है। टाइम कितना लग्या, टी है। हाफ ए एक्स, हुण ए एक्स की वैल्यू कितनी है, ए की हुंदा एक्सलरेशन ड्यू टू ग्रैविटी। हुण एक्सलरेशन ड्यू टू ग्रैविटी की डायरेक्शन किधर नूं हुंदी है, जां तां ओह नीचे नूं होगी धरती दे वल, जां इहनूं आपां ओपोजिट मन के चल, मतलब ए की डायरेक्शन तो हमेशा जी ग्रैविटी की डायरेक्शन नीचे नूं हुंदी है। पर जे आपां धरती दे पैरलल चलीए तो ए की वैल्यू कितनी होगी, 0। क्योंकि आपां की गल कीती है, इत्थे ध्यान नाल समझो, इत्थे जी की गल हो रही है, एक्सलरेशन ड्यू टू ग्रैविटी की गल, ए की गल नहीं हो रही हैगी, प्रवेग की गल, सिंपल प्रवेग की गल नहीं हो रही। क्योंकि आपां की कहा जी प्रोजैक्टाइल की डेफिनेशन च की कहा अपने कि प्रोजैक्टाइल इज द मोशन ऑफ द बॉडी अलोंग द अंडर द इफैक्ट ऑफ ग्रैविटी अलोन, कि सिर्फ ग्रैविटी के कारण उसका मोशन हो रहा है। तो हॉरीजेंटल के ग्रैविटी की वैल्यू कितनी होंदी है, 0। धरती के नाल नाल ग्रैविटी की वैल्यू कितनी होंदी है, वो 0 होंदी है। तो आप इत्थे 0 भर देंगे इंटू टी स्केयर, तो की बच गया, देखो एक्स बराबर है यू टी, आ सारा 0 हो गया, यानी कि एक्स बराबर है यू टी, सिर्फ आ साडे कोल इन्ना बच गया, एक्स बराबर है यू टी। तो जे इत्थों मैं टी की वैल्यू कढ़ना चाहता कितनी होगी, इनू इधर ले जाओ, एक्स बटा यू, तो इत्थों टी की वैल्यू निकल गई एक्स बटा यू। तो ये तो हो गया अपने को मोशन अलोंग हॉरीजेंटल, इनू आप इक्वेशन नंबर 1 नाम दे दें। फिर आ गया साडे कोल मोशन अलोंग वर्टिकल, क्योंकि दो भागां च वंड देने मोशन, मोशन अलोंग वर्टिकल डायरेक्शन, ठीक है। तो हुण इहदे विच जे आही इक्वेशन लिखांगे, आह सेम इक्वेशन लिखांगे, की लिखांगे एस वाई। हुण बुक दे विच इन्हां ने एस की थां ते की दे रखिया, आ पा रखिया, इत्थे की पा रखिया, वाई बराबर है वाई 0 प्लस यू वाई टी प्लस 1/2 ए वाई टी स्केयर। चाहे ऐ लिख लो चाहे ऐ लिख लो, वो थोड़ी मर्जी है, ठीक है। इसदा कोई फर्क नहीं पैंदा हैगा, अपने कोले जिहड़ी मर्जी तरीके नाल लिख लो तुसीं। तो एस वाई बराबर है की आऊगा यू वाई टी। हुण आपां वाई क्यों पा रहे हैं, क्योंकि मोशन अलोंग वर्टिकल है, वर्टिकल डायरेक्शन किहड़ी है, ओ वाई, हाफ ए वाई टी स्केयर। तो एस वाई की वैल्यू कितनी है, वाई, क्योंकि आप नीचे कितना आया, नीचे आप वाई आए हैं, ठीक है। यू वाई, हुण अपने को वेलोसिटी किस डायरेक्शन सी, हॉरीजेंटल, वर्टिकल वेलोसिटी की वैल्यू कितनी है, 0 इंटू टी, हाफ ए वाई एक्सलरेशन ड्यू टू ग्रैविटी, कितनी की वैल्यू लवांगे ये आप, ये वैल्यू हैगी अपने को जी, एक्सलरेशन ड्यू टू ग्रैविटी जी इंटू टी स्केयर। तो की बन गया, वाई बराबर है 1/2, आ तो 0 हो गया, जी टी स्केयर। हुण टी की वैल्यू आप इत्थे कड्ढी सी, तो पुट वैल्यू ऑफ टी फ्रॉम इक्वेशन 1। तो टी की वैल्यू जो आप भरांगे तो की लिखांगे, तो वाई बराबर है 1/2 जी, टी की वैल्यू कितनी सी, एक्स बटा यू द स्केयर, ठीक है। तो 1/2 इनू लिखांगे आप जी बटा यू स्केयर, इनू इस तरह लिख के इंटू एक्स स्केयर लिखेंगे आप इस तरह।
ਇਹਨੂੰ ਆਪਾਂ ਇਹ ਕਿਉਂ ਲਿਖਿਆ ਆਪਾਂ ਨੇ, ਇਹਨੂੰ ਅਲੱਗ ਕਿਉਂ ਲਿਖਿਆ ਬ੍ਰੈਕਟ ਦੇ ਵਿੱਚ, ਕਿਉਂਕਿ ਜੇ ਜਿਹੜੀ ਬ੍ਰੈਕਟ 'ਚ ਚੀਜ਼ਾਂ ਲਿਖੀਆਂ ਨੂੰ ਧਿਆਨ ਨਾਲ ਦੇਖੋ। 1/2 ਇੱਕ ਕਾਂਸਟੈਂਟ ਵੈਲਿਊ, ਇਹਦੀ ਵੈਲਿਊ ਬਦਲਦੀ ਨਹੀਂ। ਜੀ ਦੀ ਵੈਲਿਊ ਕਾਂਸਟੈਂਟ ਹੁੰਦੀ ਹੈ ਇੱਕ ਜਗ੍ਹਾ ਵਾਸਤੇ ਜੀ ਦੀ ਵੈਲਿਊ ਕਾਂਸਟੈਂਟ ਹੈ। ਯੂ ਕੀ ਹੈ, ਇਨੀਸ਼ੀਅਲ ਵੈਲੋਸਿਟੀ, ਇਹ ਜਿੰਨੀ ਆਪਾਂ ਦੇਤੀ ਸੋ ਦੇਤੀ, ਉਸਨੂੰ ਬਾਅਦ 'ਚ ਚੇਂਜ ਨਹੀਂ ਕਰ ਸਕਦੇ, ਰਸਤੇ 'ਚ ਇਹਨੂੰ ਆਪਾਂ ਹੋਰ ਵੈਲੋਸਿਟੀ ਨਹੀਂ ਦੇ ਸਕਦੇ, ਤਾਂ ਇਹ ਵੀ ਕਾਂਸਟੈਂਟ ਹੈ। ਮਤਲਬ ਇਹ ਸਾਰਾ ਜਿਹੜਾ ਭਾਗ ਹੈ ਇਹ ਕਾਂਸਟੈਂਟ ਹੈ। ਦਿਸ ਇਜ਼ ਕੀ ਹੈ, ਕਾਂਸਟੈਂਟ। ਇਹਨੂੰ ਆਪਾਂ ਲਿਖਾਂਗੇ ਕੇ ਅੱਖਰ ਨਾਲ ਇਨਟੂ ਐਕਸ ਸਕੁਏਅਰ। ਇਹ ਇੱਕ ਇਕੁਏਸ਼ਨ ਬਣ ਗਈ, ਹਾਂਜੀ ਇਹ ਇੱਕ ਇਕੁਏਸ਼ਨ ਬਣ ਗਈ। ਇਸ ਇਕੁਏਸ਼ਨ ਨੂੰ ਕਹਿੰਦੇ ਨੇ y ਇਜ਼ ਇਕੁਅਲ ਟੂ ਕੇ ਐਕਸ ਸਕੁਏਅਰ। ਇਹ ਇਕੁਏਸ਼ਨ ਇੱਕ ਮੈਥ ਦੀ ਇਕੁਏਸ਼ਨ ਨਾਲ ਮਿਲਦੀ ਹੈ, ਮੈਥ ਦੀ ਇੱਕ ਇਕੁਏਸ਼ਨ ਹੈ, ਮੈਥ ਇਕੁਏਸ਼ਨ ਜਿਹਨੂੰ ਬੋਲਦੇ ਨੇ ਇਕੁਏਸ਼ਨ ਆਫ ਪੈਰਾਬੋਲਾ, ਇਕੁਏਸ਼ਨ ਆਫ ਪੈਰਾਬੋਲਾ। ਠੀਕ ਹੈ, ਤਾਂ ਮਤਲਬ ਪੈਰਾਬੋਲਾ ਇੱਕ ਸ਼ੇਪ ਹੁੰਦੀ ਹੈ ਇਸ ਤਰ੍ਹਾਂ ਦੀ, ਇਹ ਇਸ ਤਰ੍ਹਾਂ ਵੀ ਹੋ ਸਕਦੀ ਹੈ, ਇਹ ਇਸ ਤਰ੍ਹਾਂ ਵੀ ਹੋ ਸਕਦੀ ਹੈ, ਇਸ ਤਰ੍ਹਾਂ ਵੀ ਹੋ ਸਕਦੀ ਹੈ, ਇਸ ਤਰ੍ਹਾਂ ਵੀ ਹੋ ਸਕਦੀ ਹੈ। ਪੈਰਾਬੋਲਿਕ ਸ਼ੇਪ ਬੋਲਦੇ ਨੇ ਇਹਨੂੰ। ਤਾਂ ਇਹਦਾ ਮਤਲਬ ਇਹਦਾ ਜਿਹੜਾ ਰਸਤੇ ਦੀ ਸ਼ੇਪ ਹੈ ਉਹ ਕੀ ਹੈ, ਦ ਪਾਥ ਫੋਲੋਡ ਬਾਏ ਪ੍ਰੋਜੈਕਟਾਈਲ ਇਜ਼ ਪੈਰਾਬੋਲਿਕ ਇਨ ਨੇਚਰ। ਕਿ ਜਿਹੜਾ ਰਸਤੇ ਦੀ ਸ਼ੇਪ ਹੈ ਉਹ ਕੀ ਹੈ, ਪੈਰਾਬੋਲਿਕ ਹੈ ਨੇਚਰ ਦੇ ਵਿੱਚ। ਗੱਲ ਸਮਝ ਆ ਗਈ ਉਸ ਤੱਕ? ਠੀਕ ਹੈ, ਜੇ ਤੁਹਾਨੂੰ ਆਹ ਆਰਟੀਕਲ ਇਹ ਸਮਝ ਆ ਗਿਆ, ਅਗਲਾ ਆਰਟੀਕਲ ਤੁਹਾਨੂੰ ਬਹੁਤ ਜਲਦੀ ਸਮਝ ਆ ਜਾਊਗਾ। ਹੁਣ ਇਹ ਸਾਡੇ ਕੋਲ ਇੱਥੇ ਤੱਕ ਸੀਗਾ। ਇਸ ਤੋਂ ਬਾਅਦ ਸਾਡੇ ਕੋਲ ਇੱਕ ਟਰਮ ਹੈਗੀ ਹੈ ਟਾਈਮ ਆਫ ਫਲਾਈਟ। ਟਾਈਮ ਆਫ ਫਲਾਈਟ ਨਾਮ ਤੋਂ ਹੀ ਪਤਾ ਲੱਗ ਰਿਹਾ, ਟਾਈਮ ਆਫ ਫਲਾਈਟ ਉੱਡਣ ਦਾ ਸਮਾਂ, ਮਤਲਬ ਟੋਟਲ ਟਾਈਮ ਫੋਰ ਵਿਚ ਦਾ ਪ੍ਰੋਜੈਕਟਾਈਲ ਇਜ਼ ਇਨ ਫਲਾਈਟ, ਕਿ ਕਿੰਨੇ ਸਮੇਂ ਤੱਕ ਪ੍ਰੋਜੈਕਟਾਈਲ ਫਲਾਈਟ 'ਚ ਰਿਹਾ। ਫਲਾਈਟ 'ਚ ਮਤਲਬ ਹਵਾ 'ਚ ਰਿਹਾ, ਜਦੋਂ ਮਾਰਿਆ ਉੱਥੋਂ ਤੋਂ ਲੈ ਕੇ ਕਿੰਨੇ ਟਾਈਮ ਬਾਅਦ ਉਹ ਧਰਤੀ 'ਤੇ ਡਿੱਗਿਆ। ਠੀਕ ਹੈ, ਮੰਨ ਲਓ ਟਾਈਮ ਕਿੰਨਾ ਲੱਗਿਆ, ਆਪਣੇ ਕੋਲ ਟੀ ਲੱਗਿਆ। ਹੁਣ ਚੱਲਿਆ ਕਿੱਥੋਂ ਸੀ, ਉਹ ਚੱਲਿਆ ਸੀ O ਪੁਆਇੰਟ ਤੋਂ। ਠੀਕ ਹੈ, ਆਹ ਵਾਲਾ ਚੱਲਿਆ ਸੀ O ਪੁਆਇੰਟ ਤੋਂ, ਗਿਰਿਆ ਕਿੱਥੇ ਨੀਚੇ ਜਾ ਕੇ, ਉਹ ਆ C ਪੁਆਇੰਟ 'ਤੇ। ਤਾਂ ਜਿੰਨਾ ਸਮਾਂ ਇੱਥੇ ਤੋਂ ਇੱਥੇ ਤੱਕ ਆਉਣ 'ਚ ਲੱਗਿਆ ਇਹਨੂੰ, ਦੈਟ ਇਜ਼ ਕਾਲਡ ਟਾਈਮ ਆਫ ਫਲਾਈਟ। ਹੁਣ ਇਹਨੂੰ ਆਪਾਂ ਕੱਢਾਂਗੇ ਕਿਵੇਂ, ਬੜਾ ਸੌਖਾ ਇਹਨੂੰ ਕੱਢਣਾ। ਕੋਈ ਆਹੀ ਇਕੁਏਸ਼ਨ sy ਇਜ਼ ਇਕੁਅਲ ਟੂ uy t ਪਲੱਸ 1/2 ay t ਸਕੁਏਅਰ। ਹੁਣ ਮੈਂ ਇਸ ਤਰ੍ਹਾਂ ਕਿਉਂ ਇਹ ਇਕੁਏਸ਼ਨ ਕਿਉਂ ਲਈ ਹੈ ਮੈਨੇ, ਠੀਕ ਹੈ, ਇਹਨੂੰ ਕੱਢਣ ਵਾਸਤੇ, ਤਾਂ ਕਿਉਂਕਿ ਮੈਨੇ ਟਾਈਮ, ਹੁਣ ਮੈਂ ਇਹ sy ਤੋਂ ਵੀ ਕੱਢ ਸਕਦਾ, ਪਰ sy ਤੋਂ ਕੱਢਣ ਸਮੇਂ ਮੇਰੇ ਕੋਲ ਵਿੱਚ u ਆ ਜਾਊਗਾ। u ਕਿਉਂ ਆ ਜਾਊਗਾ, ਕਿਉਂਕਿ ਹੌਰੀਜੈਂਟਲ ਦੇ ਵਿੱਚ ਤਾਂ u ਦੀ ਵੈਲਿਊ ਹੈਗੀ ਹੈ, ਵਰਟੀਕਲ ਡਾਇਰੈਕਸ਼ਨ 'ਚ ਹੁਣ ਆਪਾਂ ਦੇਖੋ ਆ ਕੀਤਾ ਸੀ ਆਪਾਂ, ਹੌਰੀਜੈਂਟਲ ਦੇ ਵਿੱਚ ਤਾਂ ਵੈਲੋਸਿਟੀ ਦੀ ਵੈਲਿਊ u ਹੈ, ਪਰ ਵਰਟੀਕਲ 'ਚ ਕਿੰਨੀ ਹੈ 0। ਤਾਂ ਇੱਥੇ ਤਾਂ u ਦੀ ਵੈਲਿਊ ਆ ਗਈ ਜੀ, ਮਤਲਬ ਜਿਹਨੂੰ u ਦੀ ਵੈਲਿਊ ਪਤਾ ਹੋਊਗੀ ਮੈਂ ਤਾਂ ਹੀ ਸਿਰਫ ਤਾਂ ਹੀ ਟਾਈਮ ਕੱਢ ਸਕਦਾ। ਪਰ ਇਹਦੇ ਵਿੱਚ ਕੀ ਹੈ ਦੇਖੋ ਹੁਣ ਧਿਆਨ ਨਾਲ, ਇਹ ਕਿੰਨਾ ਤੈਅ ਹੋਇਆ ਆਪਣੇ ਕੋਲੇ, ਜਿਹੜਾ ਡਿਸਟੈਂਸ ਹੈ ਟੋਟਲ ਡਿਸਟੈਂਸ ਕਿੰਨਾ ਤੈਅ ਹੋ ਗਿਆ। ਪਹਿਲਾਂ ਤਾਂ ਆਪਾਂ ਇੱਥੇ ਤੱਕ ਮਿਣਿਆ ਸੀਗਾ, ਇੱਥੇ ਤੱਕ, ਇਸ ਪੁਆਇੰਟ ਤੱਕ। ਹੁਣ ਆਪਾਂ ਕਿੱਥੇ ਤੋਂ ਆ ਗਏ, ਇੱਥੇ ਤੋਂ ਇੱਥੇ ਤੱਕ, ਮਤਲਬ ਕਿੰਨਾ ਡਿਸਟੈਂਸ ਨੀਚੇ ਨੂੰ ਆ ਗਏ, h ਡਿਸਟੈਂਸ ਆਪਾਂ ਨੀਚੇ ਨੂੰ ਆ ਗਏ। ਤਾਂ ਆਹ ਡਿਸਟੈਂਸ ਵਰਟੀਕਲ ਡਿਸਟੈਂਸ ਕਿੰਨਾ ਤੈਅ ਕਰ ਲਿਆ ਆਪਾਂ ਨੇ, h। ਵੈਲੋਸਿਟੀ ਕਿੰਨੀ ਹੈ, ਵਰਟੀਕਲ 'ਚ 0 ਇਨਟੂ ਟਾਈਮ ਕਿੰਨਾ ਲੱਗਿਆ t ਪਲੱਸ 1/2 ay ਦੀ ਵੈਲਿਊ ਕਿੰਨੀ ਹੈ g, ਟਾਈਮ ਕਿੰਨਾ ਲੱਗਿਆ t d2। ਠੀਕ ਹੈ, ਤਾਂ h ਬਰਾਬਰ ਹੈ, ਆ ਤਾਂ 0 ਹੋ ਗਿਆ ਸਾਰਾ, ਪਲੱਸ ਇਹ ਬਚ ਗਿਆ 1/2 g t ਦੀ ਪਾਵਰ 2। ਕੱਢਣਾ ਕੀ ਹੈ ਮੈਨੇ t, ਤਾਂ ਇੱਧਰ t ਰੱਖ ਲਓ, t ਦੀ 2 ਰੱਖ ਲਿਆ, h ਆਹ 2 ਨੀਚੇ ਸੀ, ਇੱਧਰ ਜਾ ਕੇ ਗੁਣਾ ਹੋ ਜਾਊਗਾ, g ਇੱਧਰ ਜਾ ਕੇ ਭਾਗ ਹੋ ਜਾਊਗਾ। ਤਾਂ t ਦੀ ਵੈਲਿਊ ਕਿੰਨੀ ਆ ਗਈ, ਇਹਨੂੰ ਸਕੇਅਰ ਨੂੰ ਹਟਾ ਦਿਓ, ਸਕੇਅਰ ਹਟਾਉਣ ਵਾਸਤੇ ਪਰਲੇ ਪਾਸੇ ਕੀ ਹੋ ਜਾਂਦਾ ਹੁੰਦਾ, ਅਨਰੂਟ। ਦੋਨੇ ਪਾਸੇ ਕੀ ਲਵਾਂਗੇ, ਅਨਰੂਟ ਲੈ ਲਾਂਗੇ, ਚਾਹੇ ਤਾਂ ਐਂ ਕਹਿ ਲਓ, ਚਾਹੇ ਇੱਧਰ ਜਦੋਂ ਸਕੇਅਰ ਇੱਧਰ ਜਾਊਗਾ ਤਾਂ ਉਹ ਅਨਰੂਟ ਦੇ ਵਿੱਚ ਕਨਵਰਟ ਹੋ ਜਾਊਗਾ। ਸੋ ਦਿਸ ਇਜ਼ ਦਾ ਵੈਲਿਊ ਆਫ ਦਾ ਟਾਈਮ। ਹੁਣ ਇੱਥੇ ਨੂੰ ਤੁਸੀਂ ਇਹਨੂੰ ਫਾਰਮੂਲੇ ਨੂੰ ਧਿਆਨ ਨਾਲ ਦੇਖੋ, ਤਾਂ ਇਹ 'ਚ ਇੱਕ ਤਾਂ h ਹੈ, ਇੱਕ g ਹੈ। ਇਹਦਾ ਮਤਲਬ ਚਾਹੇ ਤੁਸੀਂ ਪ੍ਰੋਜੈਕਟ ਕਿਸੇ ਚੀਜ਼ ਨੂੰ ਭਗਾ ਕੇ ਮਾਰੋ, ਚਾਹੇ ਨਾ ਮਾਰੋ, ਜੇ ਤੁਹਾਨੂੰ h ਪਤਾ ਵੀ ਕਿੰਨੀ ਜਗ੍ਹਾ ਤੋਂ ਤੁਸੀਂ ਮਾਰਨਾ ਹੈ, ਕਿੰਨੀ ਉਚਾਈ ਤੋਂ ਮਾਰਨਾ ਹੈ। ਇੱਕ g ਦੀ ਵੈਲਿਊ ਤਾਂ ਆਪਾਂ ਨੂੰ ਪਤਾ ਹੈ ਕਿ g ਦੀ ਵੈਲਿਊ 9.8 ਮੀਟਰ ਪਰ ਸੈਕਿੰਡ ਸਕੇਅਰ ਵੈਸੇ ਹੁੰਦੀ ਹੈ। ਜੇ ਕਿਸੇ ਖਾਸ ਜਗ੍ਹਾ 'ਤੇ ਚੈੱਕ ਕਰਨਾ ਹੋਵੇ ਉੱਥੇ ਦੀ ਆਪਾਂ ਚੈੱਕ ਕਰ ਲਾਂਗੇ, ਉਹ ਆਪਣੇ ਕੋਲ ਔਨਲਾਈਨ ਡਾਟਾ ਉਪਲਬਧ ਹੁੰਦਾ ਵੀ g ਦੀ ਵੈਲਿਊ ਕਿੰਨੀ ਹੈ ਉਸ ਜਗ੍ਹਾ ਦੇ ਉੱਪਰ। ਤਾਂ g ਦੀ ਵੈਲਿਊ ਮੈਨੂੰ ਪਤਾ ਹੈ, h ਦੀ ਵੈਲਿਊ ਮੈਨੂੰ ਪਤਾ ਵੀ ਕਿੰਨੀ ਉਚਾਈ ਤੋਂ ਸੁੱਟਣਾ, ਤਾਂ ਮੈਂ ਬਿਨਾਂ ਰੋੜਾ ਮਾਰੇ ਹੀ, ਭਗਾ ਕੇ ਮਾਰੇ ਹੀ ਮੈਂ ਦੱਸ ਸਕਦਾ ਵੀ ਰੋੜਾ ਕਿੰਨੇ ਸਮੇਂ ਤੱਕ ਹਵਾ ਦੇ ਵਿੱਚ ਰਹੂਗਾ ਜਾਂ ਕਿੰਨੇ ਸਮੇਂ ਬਾਅਦ ਉਹ ਧਰਤੀ ਦੇ ਉੱਪਰ ਆ ਕੇ ਡਿੱਗੂਗਾ। ਤਾਂ ਜਿੰਨੀਆਂ ਵੀ ਕੈਲਕੂਲੇਸ਼ਨਾਂ ਹੁੰਦੀਆਂ ਨੇ, ਜਿਹੜੇ ਸਾਇੰਟੀਫਿਕ ਕੈਲਕੂਲੇਸ਼ਨਾਂ ਨੇ, ਕੋਈ ਹੁਣ ਪ੍ਰੋਜੈਕਟਾਈਲ ਦੇ ਵਿੱਚ ਸਭ ਤੋਂ ਮੇਨ ਇਹਦੀ ਕਿੱਥੇ ਯੂਜ਼ ਹੁੰਦਾ ਆਪਣੇ ਕੋਲੇ, ਜਿਵੇਂ ਕੋਈ ਆਪਣੇ ਕੋਈ ਤੋਪ ਬਣਾਈ ਹੈ, ਠੀਕ ਹੈ, ਤੋਪ ਬਣਾਈ ਹੈ ਤਾਂ ਕਿੰਨੇ ਸਮੇਂ ਬਾਅਦ ਉਹਦਾ ਗੋਲਾ ਗਿਰੂਗਾ, ਕਿੰਨੀ ਦੂਰ ਜਾ ਕੇ ਗਿਰੂਗਾ। ਤਾਂ ਉਹ ਪਹਿਲਾਂ ਅਸੀਂ ਕੈਲਕੂਲੇਸ਼ਨਾਂ ਕਰਦੇ ਹਾਂ, ਕੈਲਕੂਲੇਸ਼ਨਾਂ ਕਰਕੇ ਉਹਨੂੰ ਬਣਾਇਆ ਜਾਂਦਾ, ਨਾ ਕਿ ਪਹਿਲਾਂ ਬਣਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹਨੂੰ ਚੈੱਕ ਕੀਤਾ ਜਾਂਦਾ ਵੀ ਹਾਂ ਕਿੰਨੀ ਦੂਰ ਜਾ ਕੇ ਗਿਰਿਆ। ਇਸ ਤਰ੍ਹਾਂ ਅਸੀਂ ਉਪਗ੍ਰਹਿ ਭੇਜਦੇ ਹਾਂ ਤਾਂ ਉਹਦਾ ਰਸਤਾ ਤੈਅ ਕਰਦੇ ਹਾਂ ਵੀ ਕਿਸ ਰਸਤੇ 'ਤੇ ਜਾਊਗਾ, ਕਿੰਨੇ ਟਾਈਮ ਬਾਅਦ ਉੱਥੇ ਪਹੁੰਚ ਜੂਗਾ। ਤਾਂ ਸਾਰੀਆਂ ਕੈਲਕੂਲੇਸ਼ਨਾਂ ਇਹਨਾਂ ਫਾਰਮੂਲਿਆਂ ਦੇ ਸਿਰ 'ਤੇ ਜਿਹੜਾ ਆਪਾਂ ਅੱਗੇ ਕਰਾਂਗੇ ਉਹਦੇ ਸਿਰ 'ਤੇ ਹੋਣਗੀਆਂ।
ठीक है, उम्मीद है ਤੁਹਾਨੂੰ ਇੱਥੇ ਤੱਕ ਜਿਹੜਾ ਹੈਗਾ ਸਾਰਾ ਇਹ ਸਮਝ ਆ ਗਿਆ ਹੋਣਾ। ਇੱਕ ਇਹਦੇ ਨਾਲ ਹੋਰ ਹੈਗਾ ਹੌਰੀਜ਼ੈਂਟਲ ਰੇਂਜ। ਹੌਰੀਜ਼ੌਂਟਲ ਰੇਂਜ ਇਹਦਾ ਕੀ ਮਤਲਬ ਹੈ ਕਿ ਕਿੰਨੀ ਦੂਰੀ ਤੈਅ ਕੀਤੀ ਹੌਰੀਜ਼ੈਂਟਲ ਡਾਇਰੈਕਸ਼ਨ 'ਚ। ਆਹ ਇੱਥੇ ਤੋਂ ਲੈ ਕੇ ਇੱਥੇ ਤੱਕ ਆਹ ਕਿੰਨਾ ਡਿਸਟੈਂਸ ਹੈ, ਆਹ ਟੋਟਲ ਡਿਸਟੈਂਸ ਕਿੰਨਾ, ਦੈਟ ਇਜ਼ ਹੌਰੀਜ਼ੌਂਟਲ ਰੇਂਜ। ਤਾਂ ਇਹਦੇ ਵਾਸਤੇ ਆਪਾਂ ਕਿਹੜੀ ਇਕੁਏਸ਼ਨ ਲਾਵਾਂਗੇ, ਹੁਣ ਆਪਾਂ ਲਾਈਏ ਵੀ ਬਾਈ ਬਰਾਬਰ ਹੈ ਯੂ ਵਾਈ ਪਲੱਸ ਏ ਵਾਈ ਟੀ। ਹੁਣ ਇਹ ਕਿਉਂ ਲਾਈ ਆਪਾਂ, ਸੌਰੀ ਇਹ ਇਕੁਏਸ਼ਨ ਲੱਗੂਗੀ ਕਿਉਂਕਿ ਆਪਾਂ ਹੌਰੀਜ਼ੌਂਟਲ ਰੇਂਜ ਕੱਢਣੀ ਹੈ, ਇਕੁਏਸ਼ਨ ਉਹੀ ਲੱਗੂਗੀ ਐਸ ਐਕਸ ਬਰਾਬਰ ਹੈ ਯੂ ਐਕਸ ਟੀ ਪਲੱਸ 1/2 ਏ ਐਕਸ ਟੀ ਦੀ ਪਾਵਰ 2। ਹੁਣ ਆਹ ਦੂਰੀ ਕਿੰਨੀ ਹੈ, ਇਹਨੂੰ ਦੂਰੀ ਨੂੰ ਆਪਾਂ ਆਰ ਨਾਮ ਦੇ ਦਿੰਦੇ ਹਾਂ। ਆਪਾਂ ਉਸੇ ਆਰ ਮੰਨ ਲੈਂਦੇ ਵੀ ਇਹ ਦੂਰੀ ਜਿਹੜੀ ਹੈਗੀ ਹੈ, ਕਿਉਂਕਿ ਉਰੇ ਤੋਂ ਲੈ ਕੇ ਇੱਥੇ ਤੱਕ ਦੀ ਐਕਸ ਸੀ ਪਰ ਹੁਣ ਤਾਂ ਇੱਥੇ ਆ ਗਿਆ, ਇਹਨੂੰ ਆਪਾਂ ਆਰ ਨਾਮ ਦੇ ਦਿੱਤਾ ਰੇਂਜ। ਠੀਕ ਹੈ, ਉਸ ਤੋਂ ਬਾਅਦ ਯੂ ਐਕਸ ਕਿੰਨਾ ਵੈਲਿਊ ਹੌਰੀਜ਼ੌਂਟਲ ਯੂ ਹੈ। ਹੁਣ ਟਾਈਮ ਕਿੰਨਾ ਲੱਗਿਆ, ਟਾਈਮ ਤਾਂ ਉਨਾ ਹੀ ਲੱਗੂਗਾ ਜਿੰਨੇ ਟਾਈਮ 'ਚੋਂ ਨੀਚੇ ਆਇਆ। ਠੀਕ ਹੈ, ਟੀ ਪਲੱਸ 1/2 ਏ ਦੀ ਵੈਲਿਊ ਤੁਹਾਨੂੰ ਦੱਸਿਆ ਸੀ ਵੀ ਇਸੇ 0 ਹੁੰਦੀ ਹੈ। ਠੀਕ ਹੈ, ਅਤੇ ਟੀ ਦੀ ਪਾਵਰ 2। ਤਾਂ ਆਰ ਕੀ ਬਰਾਬਰ ਬਣ ਗਿਆ ਯੂ ਟੀ ਬਚ ਗਿਆ, ਆਹ ਤਾਂ ਸਾਰਾ ਕੀ ਹੋ ਗਿਆ 0 ਹੋ ਗਿਆ ਸਾਰਾ। ਹੁਣ ਟੀ ਦੀ ਵੈਲਿਊ ਆਪਾਂ ਨੂੰ ਪਤਾ ਹੈ ਵੀ ਟੀ ਦੀ ਵੈਲਿਊ ਆਪਾਂ ਨੇ ਕੀ ਭਰੀ ਹੈ ਪਿਛਲੇ 'ਚ, ਆਹ ਸੀਗੀ ਟੀ ਦੀ ਵੈਲਿਊ। ਤਾਂ ਇਹ ਬਣ ਗਿਆ ਯੂ 2h/g। ਠੀਕ ਹੈ, ਇਹ ਕਾਹਦੀ ਵੈਲਿਊ ਆ ਗਈ, ਹੌਰੀਜ਼ੌਂਟਲ ਰੇਂਜ ਦੀ ਵੈਲਿਊ ਆ ਗਈ। ਮਤਲਬ ਆਪਾਂ ਇਹ ਪਤਾ ਕਰ ਸਕਦੇ ਹਾਂ ਕਿ ਕਿੰਨੀ ਦੂਰ ਜਾ ਕੇ ਵਸਤੂ ਗਿਰੂਗੀ, ਪਰ ਇਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੋਊਗਾ, ਨਾਲ ਯੂ ਪਤਾ ਹੋਣਾ ਚਾਹੀਦਾ ਵੀ ਕਿੰਨੀ ਵੈਲੋਸਿਟੀ ਨਾਲ ਆਪਾਂ ਨੇ ਮਾਰਿਆ। ਠੀਕ ਹੈ, ਉਮੀਦ ਕਰਦਾ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਹੋਊਗਾ। ਨਹੀਂ ਸਮਝ ਆ ਗਿਆ ਤਾਂ ਵੀਡੀਓ ਨੂੰ ਦੁਬਾਰਾ ਅੱਗੇ ਪਿੱਛੇ ਕਰਕੇ ਜਿਹੜਾ ਚਲਾ ਕੇ ਦੇਖ ਲੈਣਾ। ਹੁਣ ਇਹਦੇ ਇੱਕ ਪ੍ਰੋਜੈਕਟਲ, ਇਹ ਤਾਂ ਸੀਗਾ ਪ੍ਰੋਜੈਕਟਲ ਪੈਰਲਲ ਟੂ ਦਾ ਹੌਰੀਜ਼ੌਂਟਲ, ਹੌਰੀਜ਼ੌਂਟਲ ਦੇ ਨਾਲ ਆਪਾਂ ਨੇ ਮਾਰਿਆ ਪ੍ਰੋਜੈਕਟਲ। ਹੁਣ ਹੈਗਾ ਆਪਣੇ ਕੋਲ ਪ੍ਰੋਜੈਕਟਾਈਲ ਗਿਵਨ ਐਂਗੂਲਰ ਪ੍ਰੋਜੈਕਸ਼ਨ, ਕਿ ਪ੍ਰੋਜੈਕਟਾਈਲ ਨੂੰ ਆਪਾਂ ਨੇ ਐਂਗੂਲਰ ਪ੍ਰੋਜੈਕਸ਼ਨ ਦਿੱਤੀ ਹੈ। ਠੀਕ ਹੈ, ਇਹਦਾ ਕੀ ਮਤਲਬ ਹੈ, ਇਹ ਉਹ ਪਹਿਲੀ ਡਾਇਗਰਾਮ ਜਿਹੜੀ ਮੈਂ ਤੁਹਾਨੂੰ ਬਣਾ ਕੇ ਦਿਖਾਈ ਸੀ, ਇਹਨੂੰ ਮੈਂ ਥੋੜ੍ਹੀ ਜਿਹੀ ਵੱਡੀ ਕਰਕੇ ਦਿਖਾਉਣਾ ਕਿ ਆਹ ਸਾਡੇ ਕੋਲੇ ਆਹ ਇੱਕ ਪੁਆਇੰਟ O ਹੈ ਜਿੱਥੇ ਮੈਂ ਖੜਾ ਮੰਨ ਲਓ। ਠੀਕ ਹੈ, ਇਸ ਜਗ੍ਹਾ ਤੋਂ ਮੈਨੇ ਖੜ ਕੇ ਇੱਕ ਪ੍ਰੋਜੈਕਟਾਈਲ ਵਗਾ ਕੇ ਮਾਰਿਆ, ਤਾਂ ਉਹ ਇਸ ਤਰ੍ਹਾਂ ਰਸਤਾ, ਹੁਣ ਤੁਹਾਨੂੰ ਪ੍ਰੋਜੈਕਟਾਈਲ ਮੀਨਸ ਰੋੜਾ ਸਮਝ ਲਓ ਵੀ ਵਗਾ ਕੇ ਮਾਰਿਆ, ਤਾਂ ਉਹ ਇਸ ਤਰ੍ਹਾਂ ਦਾ ਰਸਤਾ ਕਵਰ ਕਰੂਗਾ। ਠੀਕ ਹੈ, ਹੁਣ ਇਹਦੇ ਵਿੱਚ ਇੱਕ ਬਹੁਤ ਵੱਡਾ 2 ਪੈਰੇ ਦੇ ਰੱਖੇ ਨੇ ਇਹ ਤੋਂ ਪਹਿਲਾਂ। ਠੀਕ ਹੈ, ਹੁਣ ਬੱਚੇ ਬਹੁਤ ਹੀ ਡਰ ਗਏ ਹੋਣਗੇ ਵੀ ਸਾਰੇ ਐਡੇ ਵੱਡੇ ਪੈਰੇ ਅਸੀਂ ਕਿਵੇਂ ਯਾਦ ਕਰਾਂਗੇ। ਕਈਆਂ ਦਾ ਦਿਲ ਇੱਥੇ ਟੁੱਟ ਗਿਆ ਹੋਣਾ ਵੀ ਨੌਨ ਮੈਡੀਕਲ ਤਾਂ ਬਹੁਤ ਔਖੀ ਹੈ। ਠੀਕ ਹੈ, ਇਹਨੂੰ ਕਰਨਾ ਬਹੁਤ ਔਖਾ ਹੈ ਵੀ ਇਹ ਤਾਂ ਇੰਨੀ ਅੰਗਰੇਜ਼ੀ ਯਾਦ ਕਰਨੀ ਪੈਂਦੀ ਹੈ। ਇਹ ਸਭ ਤੋਂ ਵੱਡੀ ਗਲਤਫਹਿਮੀ ਹੈ ਇਹਦੇ ਵਿੱਚ। ਕਿਉਂਕਿ ਹੁਣ ਮੈਂ ਜਿਹੜਾ ਕੁਝ ਵੀ ਬੋਲੂੰਗਾ ਸਿਰਫ ਉਹਨੂੰ ਮੈਂ ਲਿਖਣਾ ਹੈ। ਠੀਕ ਹੈ, ਇਹਦੇ ਵਿੱਚ ਤੁਹਾਨੂੰ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਗ੍ਰਾਮਰ ਵਾਲੀ ਅੰਗਰੇਜ਼ੀ ਆਉਂਦੀ ਹੋਵੇ, ਵੀ ਤੁਹਾਨੂੰ ਜਿਸ ਤਰ੍ਹਾਂ ਗ੍ਰਾਮਰ 'ਚ ਈਜਾ ਮਾਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਹਦੇ 'ਚ ਮੇਨ ਗੱਲਾਂ ਜਿਹੜੀਆਂ ਸਪਸ਼ਟ ਹੋਣੀਆਂ ਚਾਹੀਦੀਆਂ ਹੁੰਦੀਆਂ ਨੇ। ਤੁਸੀਂ ਜੋ ਥੋੜ੍ਹੀ ਪ੍ਰੈਕਟਿਸ ਕਰੋਗੇ, ਜਦੋਂ ਟੈਸਟ ਦਿਓਗੇ, ਤੁਸੀਂ ਬਾਰ-ਬਾਰ ਤਿਆਰੀ ਕਰੋਗੇ, ਤਾਂ ਜਦੋਂ ਤੁਸੀਂ 2-3 ਵਾਰੀ ਇਹਨੂੰ ਪੜ੍ਹੋਗੇ ਤਾਂ ਤੁਹਾਨੂੰ ਆਪਣੇ ਆਪ ਇਹ ਲੱਗੂਗਾ ਕਿ ਇਹ ਤਾਂ ਬਹੁਤ ਸੌਖਾ ਜਿਹਾ ਕੰਮ ਹੈ, ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ। ਉਹ ਡਰੀ ਜਾਂਦੇ ਸੀਗੇ। ਤਾਂ ਕੀ ਹੈ, ਕੰਸੀਡਰ ਜਿਵੇਂ ਲਿਖਿਆ ਇਹਨੇ, ਕੰਸੀਡਰ ਕਰੋ OX ਹੌਰੀਜ਼ੌਂਟਲ ਐਕਸਿਸ ਹੈ, OY ਵਰਟੀਕਲ ਐਕਸਿਸ ਹੈ, ਇਹਦੇ ਪਰਪੈਂਡੀਕੂਲਰ ਹੈ, O ਓਰੀਜਨ ਹੈ। ਅਸੀਂ ਇੱਥੋਂ ਕੀ ਹੈ, ਇੱਥੇ ਕੀ ਹੈ X0 0 Y0 ਸਟਾਰਟਿੰਗ ਪੁਆਇੰਟ ਹੈ 0, ਟਾਈਮ ਕਿੰਨਾ ਹੈ 0। ਤਾਂ ਮੈਂ ਇੱਕ ਪ੍ਰੋਜੈਕਟਾਈਲ ਹੈ, ਠੀਕ ਹੈ, ਉਹਨੂੰ ਆਪਣੇ ਮਾਰਿਆ ਵਗਾ ਕੇ ਕਿੰਨੀ ਵੈਲੋਸਿਟੀ ਨਾਲ, U ਵੈਲੋਸਿਟੀ ਨਾਲ। ਇੱਕ ਪ੍ਰੋਜੈਕਟਾਈਲ ਨੂੰ ਆਪਾਂ ਨੇ U ਵੈਲੋਸਿਟੀ ਨਾਲ ਮਾਰਿਆ। ਹੁਣ ਇਹਨੂੰ ਆਪਾਂ ਰਿਜ਼ੋਲਵ ਕਰ ਲਿਆ, ਰਿਜ਼ੋਲਵ ਦਾ ਵੈਲੋਸਿਟੀ ਇੰਟੂ 2 ਕੰਪੋਨੈਂਟ। ਹੁਣ ਆਹ ਮੰਨ ਲਓ ਐਂਗਲ ਕਿੰਨਾ ਹੈ, ਕਿੰਨੇ ਐਂਗਲ 'ਤੇ ਅਸੀਂ ਆਪਾਂ ਲਿਖਣਾ ਐਂਗੂਲਰ ਪ੍ਰੋਜੈਕਸ਼ਨ ਮਤਲਬ ਐਂਗਲ ਦੇ ਨਾਲ। ਤਾਂ ਕਿੰਨੇ ਐਂਗਲ ਦੇ ਨਾਲ ਮਾਰਿਆ, ਥੀਟੇ ਦੇ ਨਾਲ। ਆਹ ਹੈਗਾ ਥੀਟਾ ਐਂਗਲ। ਤਾਂ ਇਹਨੂੰ ਰਿਜ਼ੋਲਵ ਕਰੋ, ਜਿੱਧਰ ਨੂੰ ਥੀਟਾ ਤੁਹਾਨੂੰ ਦੱਸਿਆ ਮੈਨੇ ਉਹ ਹੋ ਜਾਂਦਾ U cos ਥੀਟਾ, ਜਿੱਧਰ ਪਰਪੈਂਡੀਕੂਲਰ ਡਾਇਰੈਕਸ਼ਨ ਹੈ ਇਹਦੇ ਤਾਂ ਉਹ ਬਣ ਜੂਗਾ U sin ਥੀਟਾ। ਠੀਕ ਹੈ, ਤਾਂ 2 ਭਾਗਾਂ ਦੇ ਵਿੱਚ ਜਿਹੜੀ ਵੈਲੋਸਿਟੀ ਆ ਉਹ ਡਿਵਾਈਡ ਹੋ ਗਈ, U cos ਥੀਟਾ ਅਤੇ U sin ਥੀਟਾ। ਮੰਨ ਲਓ ਕੁਝ ਸਮੇਂ ਬਾਅਦ ਕਿੱਥੇ ਪਹੁੰਚ ਗਿਆ ਪ੍ਰੋਜੈਕਟਾਈਲ, ਇੱਥੇ ਪਹੁੰਚ ਗਿਆ। ਇੱਥੇ ਆਹ P ਪੁਆਇੰਟ ਹੈ, ਜਿਵੇਂ ਪਹਿਲਾਂ ਮੰਨਿਆ ਸੀ XY, ਤਾਂ ਮਤਲਬ ਇਹ ਇੱਧਰ ਨੂੰ ਤਾਂ ਉੱਪਰ ਨੂੰ ਤਾਂ ਆ ਗਿਆ ਕਿੰਨਾ Y ਆ ਗਿਆ, ਅਤੇ ਇੱਧਰ ਨੂੰ ਕਿੰਨਾ ਆ ਗਿਆ, ਇਹ ਇੱਧਰ ਨੂੰ ਕਿੰਨਾ ਆ ਗਿਆ, ਇਹ X ਆ ਗਿਆ। ਠੀਕ ਹੈ, ਹੁਣ ਆਪਾਂ ਕੱਢਣਾ ਕੀ ਹੈ, ਪਾਥ ਆਫ। ਹੁਣ ਤੁਸੀਂ ਦੇਖੋ ਮੈਂ ਜਿਹੜਾ ਪੈਰਾ ਲਿਖਿਆ ਹੋਇਆ ਹੈ ਉਹਦੇ ਮੈਨੇ ਕੁਛ ਨਹੀਂ ਪੜ੍ਹਿਆ, ਉਹਦੀ ਕੋਈ ਮਹੱਤਤਾ ਨਹੀਂ ਹੈਗੀ। ਠੀਕ ਹੈ, ਕਿਉਂ ਮਹੱਤਤਾ ਨਹੀਂ ਹੈਗੀ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਿਰਫ ਸਮਝਾਉਣ ਵਾਸਤੇ ਨੇ, ਉਹ ਯਾਦ ਕਰਨ ਵਾਸਤੇ ਨਹੀਂ ਹੈਗੀਆਂ। ਠੀਕ ਹੈ, ਉਹ ਤੁਸੀਂ ਸਿਰਫ ਓਨਾ ਕੇ ਲਿਖਣਾ। ਉਹਦੇ ਵਿੱਚੋਂ ਮੈਂ ਤੁਹਾਨੂੰ ਭੇਜਿਆ ਸਾਰਾ ਇਸ ਕਰਕੇ ਵੀ ਤੁਸੀਂ ਉਹਨੂੰ ਪੜ੍ਹੋ, ਪੜ੍ਹ ਕੇ ਤੁਹਾਨੂੰ ਸਮਝਣ ਦੀ, ਕਿਤਾਬ ਪੜ੍ਹਨ ਦਾ ਪਤਾ ਲੱਗੇ ਵੀ ਕਿਤਾਬ ਪੜ੍ਹੀ ਦੀ ਕਿਵੇਂ ਹੁੰਦੀ ਹੈ।
ठीक है। किताब ਦੇ ਵਿੱਚ ਜਿਹੜੀ ਚੀਜ਼ਾਂ ਲਿਖੀਆਂ ਨੇ ਉਹਨੂੰ ਪੜ੍ਹੀ ਤੇ ਕਿਵੇਂ ਹੁੰਦਾ, ਉਹ 'ਚ ਸਾਰੀਆਂ ਚੀਜ਼ਾਂ ਕੰਮ ਦੀਆਂ ਨਹੀਂ ਹੁੰਦੀਆਂ, ਉਹ 'ਚੋਂ ਕੁਛ ਚੀਜ਼ਾਂ ਨੇ ਜਿਹੜੀ ਸਾਡੇ ਕੰਮ ਦੀਆਂ ਨੇ, ਉਹਨੂੰ ਆਪਾਂ ਨੇ ਯਾਦ ਵੀ ਕਰਨਾ ਹੈ, ਉਹਨੂੰ ਆਪਾਂ ਨੇ ਸਮਝਣਾ ਵੀ ਹੈ, ਕੁਛ ਨੇ ਸਿਰਫ ਇਕੱਲਾ ਸਮਝਣਾ ਆਪਾਂ ਨੇ ਵੀ ਸਮਝ ਲਿਆ ਵੀ ਹੋਇਆ ਕੀ ਹੈ। ਇਹ 'ਚ ਸਾਰੀ ਗੱਲਾਂ ਇਹ ਲਿਖੀਆਂ ਨੇ ਕਿ ਯੂ ਮੇਰੇ ਕੋਲ ਵੈਲੋਸਿਟੀ ਹੈ, ਉਹਨੂੰ ਮੈਂ 2 ਭਾਗਾਂ 'ਚ ਰਿਜ਼ੋਲਵ ਕਰ ਲਿਆ, ਯੂ cos ਥੀਟਾ ਅਲੋਂਗ ਓ ਐਕਸ ਐਕਸਿਸ ਅਤੇ ਯੂ ਸਾਈਨ ਥੀਟਾ ਅਲੋਂਗ ਵਾਈ ਐਕਸਿਸ, ਦੋਨੇ ਕੀ ਨੇ ਇੱਕ ਦੂਜੇ ਦੇ ਪਰਪੈਂਡੀਕੂਲਰ ਨੇ ਇਹ, ठीक है, एक दूजे तो इंडिपेंडेंट ने। तो जो यू cos थीटा है इज़ कॉन्सटेंट थ्रू आउट द मोशन, यदि वैल्यू सारे मोशन च सेम रहूगी, ना ये बढ़ता ना घटता। पर जो यू साइन थीटा है ये सारे मोशन च वैल्यू कॉन्सटेंट नहीं रहनी, ये पहला वधूगी, सॉरी पहला हौली हौली स्टार्टिंग च बढ़ता है, हौली हौली घटती तो इत्थे पहुँच गई बॉडी इस पॉइंट पर, ठीक है, आप एच पॉइंट ना देने, ये हाईएस्ट पॉइंट है, इत्थे जाके बॉडी रुक जूगी, ਇੱਥੇ ਜਾ ਕੇ ਬॉडी ने की हो जाना रुक जाना, थोड़े समय वास्ते रुकना है, फिर ये नीचे आ जाऊ, मतलब ਇੱਥੇ ਜਾ ਕੇ ਜਿਹੜੀ ਆ यू साइन थीटा ਦੀ वैल्यू है ਇੱਥੇ ਜਾ ਕੇ ਉਹ 0 ਹੋ ਜੂਗੀ ਇਸ ਪੁਆਇੰਟ ਤੇ। ਹੌਲੀ ਹੌਲੀ ਇਹਦੀ ਵੈਲਿਊ ਘਟਦੀ ਜਾਣੀ ਹੈ, ਫਿਰ ਇੱਥੋਂ ਫਿਰ ਉਹਨੇ ਹੌਲੀ ਹੌਲੀ ਇਹਦੀ ਵੈਲਿਊ ਵੱਧਦੀ ਇੱਥੇ ਕੀ ਹੋ ਜੂਗੀ, ਇਹਦੀ ਵੈਲਿਊ ਮੈਕਸੀਮਮ ਹੋ ਜੂਗੀ ਇਸ ਪੁਆਇੰਟ ਦੇ ਉੱਪਰ ਆ ਕੇ। ਕਿਉਂ ਮੈਕਸੀਮਮ ਹੋ ਜੂਗੀ? ਗ੍ਰੈਵਿਟੀ ਕਰਕੇ। ਪਹਿਲਾਂ ਤਾਂ ਗ੍ਰੈਵਿਟੀ ਦੇ ਉਲਟ ਜਾ ਰਿਹਾ ਸੀ, ਗ੍ਰੈਵਿਟੀ ਹਰ ਚੀਜ਼ ਜਿਹੜੀ ਹੈਗੀ ਹੈ ਹਰੇਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ, ਧਰਤੀ ਦੇ ਸੈਂਟਰ ਵੱਲ ਨੂੰ, ਪਰ ਪਹਿਲਾਂ ਤਾਂ ਉਲਟ ਜਾ ਰਹੀ ਸੀ ਗ੍ਰੈਵਿਟੀ ਦੇ, ਤਾਂ ਇਹਦੀ ਵੈਲੋਸਿਟੀ ਘਟੀ ਗਈ। ਜਦੋਂ ਨੀਚੇ ਨੂੰ ਆਉਣ ਲੱਗ ਗਿਆ ਤਾਂ ਗ੍ਰੈਵਿਟੀ ਵੱਲ ਆਉਣ ਲੱਗ ਗਈ ਬੋਡੀ, ਤਾਂ ਵੈਲੋਸਿਟੀ ਹੌਲੀ ਹੌਲੀ ਕੀ ਹੈ ਉਹ ਵਧੀ ਜਾਊਗੀ। ਤਾਂ ਮਤਲਬ ਜਿਹੜਾ ਯੂ cos ਥੀਟਾ ਇਹਦੀ ਵੈਲਿਊ ਨਾ ਵੱਧਦੀ ਨਾ ਘਟਦੀ, ਇਹਦੀ ਵੈਲਿਊ ਯੂ ਸਾਈਨ ਥੀਟਾ ਦੀ ਵੈਲਿਊ ਪਹਿਲਾਂ ਘਟਦੀ ਹੈ ਫਿਰ ਵੱਧਦੀ ਹੈ, ਠੀਕ ਹੈ ਜੀ। ਹੁਣ ਸਾਡੇ ਕੋਲ ਆ ਗਿਆ ਪਾਥ ਆਫ ਦਾ ਪ੍ਰੋਜੈਕਟਾਈਲ, ਫਿਰ ਉਹੀ ਗੱਲ ਹੈ ਸਾਡੇ ਕੋਲ 2 ਭਾਗਾਂ 'ਚ ਇਹਨੂੰ ਗੱਲ ਕਰਾਂਗੇ ਆਪਾਂ। मोशन अलोंग पहला हॉरिजॉन्टल, मोशन अलोंग हॉरिजॉन्टल, तो हॉरिजॉन्टल च वही इक्वेशन हुण चाहे तो एक्स इज इक्वल टू x0 प्लस यू एक्स टी प्लस 1/2 ए एक्स टी लिख लो, चाहे आ लिख लो चाहे मैं आ लिखा रहा, क्योंकि इनू इधर लियावांगे आपां तां की बन जांदा हुंदा x माइनस x0, इहदा की बन जांदा s, तो ये बन गया यू एक्स टी प्लस 1/2 ए एक्स टी दी पावर 2। हाँ जी, हुण ये पी पॉइंट की गल कर रहे हैं कि पी पॉइंट से पहुंचे तो कितनी दूरी तय कर ली, इधर एक्स दूरी तय कर ली, यू एक्स किन्ना है एक्स एक्सिस यू cos थीटा, ठीक है। टाइम किन्ना है, टाइम आप टी मान लें भी टी वो होया 1/2 ए एक्स, मैं तुहानूं पहलां भी दस्सिया सीगा कि हॉरिजेंटल डायरैक्शन दे विच क्योंकि मोशन जिहड़ा प्रोजैक्टाइल दा सिर्फ अंडर द ग्रैविटी अलोन है, तो ए एक्स की वैल्यू की है 0। दूजी गल एक ये भी है, एक तो एक पॉइंट बन जाता है, दूजी गल ये भी मैं पहले दस्सिया कि यू cos थीटा की वैल्यू पूरे मोशन च की है कॉन्सटेंट है, तो जे वेलोसिटी की वैल्यू कॉन्सटेंट होवे तो एक्सलरेशन की वैल्यू की होंगी है 0 होंगी है, पहला आप समझ चुके। तो ये बच गया यू cos थीटा, आ तो सारा की हो गया हुण 0 हो गया इनटू टी एक्स, जिसनूं याद हो पिछले च आपां की कीता सी टी की वैल्यू कड्ढी सी, टी इधर रह गया, आ यू cos थीटा सारे का सारा किधर चला गया, ये नीचे चला गया, तो इतों साढ़े को वैल्यू आ गई टी की, इनू आप इक्वेशन नंबर की देता 1। फिर दूजा अपने को है मोशन अलोंग वर्टिकल डायरैक्शन, तो इक्वेशन वही लगूगी अपने को एस वाई बराबर है यू वाई टी प्लस 1/2 ए वाई टी की पावर 2। एस वाई कितनी वैल्यू है, कितना किया है इधर नूं वर्टिकल डायरैक्शन वाई, यू वाई कितनी है वर्टिकल वेलोसिटी कितनी है यू साइन थीटा, ये गल्लां आपां उपर कर चुके हैं, प्लस 1/2 ए वाई की वैल्यू कितनी है माइनस जी। हुण तुसीं कहोगे सर पिछली बार तो जी लिया सी, इस बारी माइनस जी क्यों लिया, पिछली बारी उहदा जिहड़ा मोशन सी ओह नीचे नूं सी सिर्फ धरती के वल नूं, इस बारी जी मैं बॉडी भगा के मारी है वो मैं धरती तो उल्ट मारी है, उपर नूं मारी है, ठीक है, जिस करके ये जी की वैल्यू जो कोई चीज़ धरती वल आती हो तो जी की वैल्यू प्लस की होंगी है, जो धरती तो उल्ट जाती उचाई वाल जाती हो तो जी की वैल्यू माइनस की होंगी है। इन्नी गल पता लग गई। हुण इस इक्वेशन के विच आपां की करांगे टी की वैल्यू भरांगे, ठीक है, कि इस इक्वेशन वाई इज इक्वल टू अपने को हैगा यू साइन थीटा, टी की वैल्यू की सी भला x/u cos थीटा माइनस 1/2 जी, टी की वैल्यू की सी x/u cos थीटा, टी का उरे की सीगा स्केयर, ठीक है, ताकि बन गया यू नाल यू कट गया, साइन थीटा बटा cos थीटा की होंदा है टैन थीटा, x गुणा टैन थीटा माइनस 1/2 जी एक्स दा स्केयर एक्स स्केयर,
यू दा स्केयर यू स्केयर, कॉस थीटा दा स्केयर कॉस स्केयर थीटा। हुण इत्थे कॉस थीटा स्केयर नहीं पाउणा, कॉस स्केयर थीटा पाउणा। तां इह इक्वेशन जिहड़ी अपने कोल बन गई, इह इक्वेशन भी इक्वेशन ऑफ पैराबोला दे नाल मिलदी है। दिस इज सेम इक्वेशन एज इक्वेशन ऑफ पैराबोला। सो इहदा मतलब पाथ ऑफ प्रोजैक्टाइल इज अगेन पैराबोलिक इन नेचर, कि जिहड़ी रस्ता हैगा उहदी शेप है जिहड़ी वो फिर दोबारा पैराबोलिक ही होऊगी, क्योंकि जिहड़ी साडे कोल इक्वेशन आई है वो पैराबोला दी आई है। उम्मीद करदा तुहानूं इत्थे तक जिहड़ा हैगा सारा समझ आ गया होना हैगा। ठीक है, बहुत सौखा है, जिन्होंने पिछला आर्टिकल समझ आ गया हुण इहदे विच कुछ नहीं रह गया। आह आर्टिकल नूं समझण च कोई औखा नहीं, सिर्फ थोड़े जिहा फर्क है। तां फिर अपने कोल उही गल्लां टाइम ऑफ फ्लाइट, हुण दस्सण दी लोड़ नहीं टाइम ऑफ फ्लाइट की चीज़ है। टाइम ऑफ फ्लाइट टोटल टाइम फॉर विच द प्रोजैक्टाइल रिमेन इन द एयर, ਉਹਨੂੰ ਆਪਾਂ टाइम ऑफ फ्लाइट कहांगे। पर थोड़ा जिहा पिछले बार नालों फर्क है। की फर्क है? पिछले बार तो सिर्फ वो एक उपर तो सीधा इस तरह नीचे गिरिया सीगा इस तरह, पर ਇਹਦੇ 'ਚ ਕੀ है पहला ये उपर गया फिर नीचे आया। ਹੁਣ मैं टाइम ऑफ फ्लाइट ਜਿਹੜਾ ਹੈਗਾ ਇੱਥੋਂ ਤੋਂ ਇੱਥੇ तक गिनना है, पर मैं दो भागों 'ਚ डिवाइड कर लूँगा। ਇਹਨੂੰ बोलांगे टाइम ऑफ एसेंट, टाइम ऑफ एसेंट। ये हो गया टाइम ऑफ डीसेंट, मतलब पहला उपर जाने का समा, फिर साडे कोल की है नीचे आने का समा। तो जे टोटल टाइम टी लग्या, मान लो टोटल टाइम टी लग्या, तो अद्धे समय 'ਚ ਉਹ ਉੱਪਰ ਚੜਿਆ ਹੋਊਗਾ, ਅੱਧੇ ਸਮੇਂ 'ਚ ਉਹ ਨੀਚੇ ਆਇਆ ਹੋਊਗਾ। ਤਾਂ ਪਹਿਲਾਂ ਆਪਾਂ ਅੱਧੇ ਵਾਸਤੇ ਕੈਲਕੂਲੇਟ ਕਰ ਲਾਂਗੇ, ਉਹਨੂੰ 2 ਨਾਲ ਗੁਣਾ ਕਰ ਦਾਂਗੇ ਤਾਂ ਸਾਡੇ ਕੋਲ ਪੂਰਾ ਟੀ ਨਿਕਲ ਜੂਗਾ। ਸਮਝ ਲੱਗੀ ਮੇਰੀ ਕੋਲ? ਤਾਂ ਆਪਾਂ ਪਹਿਲਾਂ ਇੱਥੋਂ ਕੱਢਦੇ ਹਾਂ ਕਿ O ਤੋਂ ਆਹ ਪੁਆਇੰਟ ਕਿਹੜਾ ਵਿਚਾਲੇ H ਪੁਆਇੰਟ ਹੈ, ਇੱਥੋਂ ਤੱਕ ਦਾ ਟਾਈਮ ਕੱਢ ਲੈਂਦੇ ਆਪਾਂ। ਤਾਂ ਇਹਨੂੰ ਆਪਾਂ ਹੁਣ ਆਪਣੇ ਕੋਲੇ ਕੀ ਹੈ, ਇੱਕ ਸਿੰਪਲ ਫਾਰਮੂਲਾ ਹੈਗਾ, ਵੈਲੋਸਿਟੀ ਕਾਹਦੇ ਬਰਾਬਰ ਹੁੰਦੀ ਹੈ? डिस्टेंस अपॉन टाइम। वेलोसिटी इज इक्वल टू डिस्टेंस अपॉन टाइम। चाहे तो फार्मूला आ लगा लो, चाहे जो बुक च लगाया होया वो लगा लो। की बुक च लिखा है? वी वाई इज इक्वल टू यू वाई प्लस ए वाई टी। हुण ये क्यों लिखे? क्योंकि मोशन किधर नूं आपां देखना है, वर्टिकल मोशन देखना है टाइम वास्ते, वर्टिकल उपर नूं जा रहा है। ठीक है, हुण वेलोसिटी वर्टिकल किधर नूं है, कितनी है? यू साइन थीटा। डिस्टेंस कितना तय किया? हुण ये गल मड़ी जी नोट करने वाली है। ठीक है, भी डिस्टेंस जिहड़ा हैगा उस तक कितना तय किया इन्हें। हाँ जी, डिस्टेंस आप कढ़ना की है? टाइम। तो डिस्टेंस अपॉन टाइम। तो इत्थे अपने को डिस्टेंस जिहड़ा हैगा नोन नहीं हैगा, आपां नूं पता नहीं भी कितना डिस्टेंस उन्हें तय किया हैगा। तो इत्थे आपां नूं डिस्टेंस का होना जरूरी है। पर इहदे विच जे आपां आह फार्मूला लगावांगे तो वी वाई इज इक्वल टू यू वाई प्लस ए वाई टी। तो वी वाई कितना है? यू साइन थीटा। वर्टिकल जाते हुए उपर नूं जाते हुए यू वाई की वैल्यू कितनी लवांगे आपां? ठीक है, सॉरी इत्थे नहीं, वी वाई की वैल्यू। हुण इस पॉइंट से मैं तुहानूं पहलां दस्सिया सी कि इस पॉइंट से जाके यू साइन थीटा की वैल्यू जिहड़ी है वो 0 हो जाती है। इत्थे जाके यू साइन थीटा की वैल्यू 0 हो जाती है, क्योंकि उपर जाके बॉडी रुकती है। तो इत्थे तो हो गया 0, वी वाई की वैल्यू कितनी होगी? 0। यू वाई की यू कॉस थीटा। ठीक है, ए वाई की कितनी है? माइनस जी, क्योंकि बॉडी उपर नूं जा रही है, इंटू टाइम कितना है? टी बटा 2। मैं टी बटा 2 क्यों लिया? क्योंकि आप अद्धा समा कट रहे हैं। ठीक है, तो इत्थों आप ये सारे चक के परले पासे ले जाने, जी गुणा टी बटा 2, ये है यू कॉस थीटा। चाहिए की है मैनू कला टी चाहिए, तो टी 2 इधर गुणा हो जाऊगा 2 यू कॉस थीटा, इधर जी गुणा सी, इधर जाके काहदे विच आ जाऊगा? भाग च। तो टी बराबर है यू कॉस थीटा बटा जी। ठीक है, यू कॉस थीटा बटा जी, ये साडे कोल जिहड़ा वो वैल्यू आ गई। हुण मैं दोबारा फिर तुहानूं समझा रहा, टाइम ऑफ फ्लाइट मतलब कितना समा की है वो हवा दे विच रहा। तो ये कढ़ण वास्ते अपने कोल इत्थों तो लेके इत्थे वापस आने तक का समा है। तो इहनूं आपां दो भागां च डिवाइड कर लिया, एक टाइम ऑफ एसेंट, एक टाइम ऑफ डीसेंट। क्यों? क्योंकि पहला वो उपर गया फिर नीचे आई है बॉडी। तो जे टोटल टाइम टी लग्या तो अद्धा समा उन्होंने उपर जान च लग्या, अद्धा समा नीचे जान च लग्या। मैं तो अद्धा टाइम कढ़ के उन्होंने 2 नाल मल्टीप्लाई कर दूंगा तो साडे कोल पूरा टाइम निकल जूगा। ठीक है, तो ये वास्ते जिहड़ा फार्मूला दिता लगूगा वो आ लगूगा, वी वाई बराबर है यू वाई प्लस ए वाई इंटू टी। तो ये यू वाई की वैल्यू 0 क्यों ली है? क्योंकि मैं तुहानूं पहलां दस्सिया सी कि हाईएस्ट पॉइंट से जाके मैक्सिमम पॉइंट के उपर जाके यू वाई जिहड़ी हैगी है ये यू साइन थीटा की वैल्यू 0 हो जूगी। यू जिहड़ा यू वाई कितना है वो हैगा अपने कोले यू साइन थीटा, सॉरी इत्थे कॉस थीटा लिखता, यू साइन थीटा, यू साइन थीटा, यू साइन थीटा आना सीगा इत्थे।
u sin थीटा, क्योंकि y है ना cos x नहीं है, जो x होंदा तो cos लेना सी अपने, तो u sin थीटा इंटू ए वाई किन्ना है माइनस जी, एक्सलेशन की वैल्यू माइनस जी, टाइम किन्ना ले अपने अद्धा t बटा 2, तो इतों अपने आ चक के इधर ले आवांगे तो माइनस का सी प्लस हो गया, इतों पर टी कटना सी तो टी इधर रख लिया, बाकी सारा कुछ परले पास ले गए, तो टी बराबर है 2u sin थीटा बटा जी, साढ़े को जो आंसर आ गया। फिर आ गया साढ़े को अगला टॉपिक मैक्सीमम हॉरिजोंटल रेंज, जिन्हों आप आर अखर नाल लिखते हैं, पहला भी कर चुके, मतलब इस जगह तो इस जगह तक कितना डिस्टेंस तय किया वध तो वध, इन्हों आप बोलांगे मैक्सीमम हॉरिजोंटल रेंज। ठीक है जी, तो यदी डेफिनेशन की है, द हॉरिजोंटल डिस्टेंस कवर्ड बाय द ऑब्जेक्ट बिटवीन द पॉइंट ऑफ प्रोजैक्शन टू द पॉइंट ऑफ हिटिंग द ग्राउंड अगेन, मतलब जितों अपने सिटिया सी प्रोजैक्शन तो जो दोबारा वापस आके धरती नाल टकराया उस तक का कितना डिस्टेंस इन्हें तय किया। ठीक है, तो इत्थे अपने को ही लगूगा वेलोसिटी बराबर है डिस्टेंस अपॉन टाइम, आ फार्मूला इत्थे काम करूगा, तो डिस्टेंस काहदे बराबर आ जाऊगा, डिस्टेंस इज इक्वल टू इनू इधर गणा कर देंगे वेलोसिटी इनटू टाइम, वेलोसिटी इनटू टाइम, तो डिस्टेंस कितना मन्ने अपने हॉरिजोंटल रेंज आर, डिस्टेंस आप मन्ने आर। ठीक है, हुण किधर नूं गए आप हॉरिजोंटल, तो वेलोसिटी किहड़ी लगूगी हॉरिजोंटल वाली यू कॉस थीटा, टाइम कितना लगूगा देखो इत्थों तो लेके इत्थे तक का टाइम कितना है पूरा टी। ठीक है, तो गुणा की लग गया टी, हुण टी की वैल्यू आप उपर कढ़ चुके हैं, माड़ा जिहा ध्यान दिओ, टी की वैल्यू आप उपर कढ़ चुके हैं, की कढ़ी अपने टी की वैल्यू 2u sin थीटा बटा जी, ये आप टी की वैल्यू उपर कढ़ी है। ठीक है, 2u sin थीटा बटा जी, तो इनू गुणा कर दो बस, u गुणा u दी स्केयर इंटू 2 sin थीटा cos थीटा बटा जी, आ एक फार्मूला होंदा है ट्रिग्नोमैट्री का, मैथ का फार्मूला है 2 sin थीटा cos थीटा इज इक्वल टू sin 2 थीटा बटा जी, तो दिस इज़ द हॉरिजोंटल रेंज, भी किन्नी दूरी वो तय करूँगा, तो इत्थों जेकर मैनू यू पता है तो मैं किन्ने एंगल ते उहनूं भगा के मारिया, एंगल पता है मैनू किन्ने एंगल ते सुट्टिया, तो मैनू यू किन्नी वेलोसिटी नाल सुट्टिया ये मैनू पता है, तो मैं ये पता कर सकदा कि बॉडी किन्नी दूर जाके गिरूगी। ठीक है, मेरी गल समझ लगी, किन्नी दूर जाके गिरूगी। अगे आ गया मैक्सीमम हाइट, कि किन्ना उच्चा जाऊ अटेन, किन्ना उच्चा जाऊ जिन्हों आप कहना एच, कि वध तो वध किन्ना उच्चा जाऊ वो समॉल एच, सॉरी कैपीटल एच सी वो हाईएस्ट पॉइंट का नाम सी, समॉल एच की है उचाई, भी इतों आ एच पॉइंट जो है यदि धरती तो वध उचाई किन्नी होगी, समॉल एच किन्नी होगी, तो किहड़ा मोशन लवांगे जी वर्टिकल, यू एक्स एस वाई बराबर है यू वाई टी प्लस हाफ ए वाई टी स्केयर, तो किन्ना जी डिस्टेंस है एच, यू वाई यू साइन थीटा, हुण उचाई तक जाना है इत्थे तक, ये इत्थे तक जाने च कितना टाइम लगूगा पूरे तौर तक, अद्धा टी लगूगा ना, पूरा टी नहीं लगता इत्थे, हुण हाफ टी लगूगा, टी बटा 2 प्लस 1 बटा 2 ए वाई कितना है माइनस जी, तो टी बटा 2 की पावर 2, हुण आपां टी की वैल्यू कढ़ चुके हैं, की कढ़ी अपने 2u sin थीटा बटा जी, 2 पहले ही पे है, माइनस बाहर आ गया 1 बटा 2 जी 2u sin थीटा बटा जी इंटू 2 द स्केयर। ठीक है, हुण 2 नाल 2 हो गया कैंसल, u गुणा u कितना हो गया u की पावर 2, साइन थीटा इंटू साइन थीटा की हो गया साइन स्केयर थीटा बटा जी, माइनस 1 बटा 2 जी 2 नाल 2 जिहड़ा है अपने को कैंसल हो गया, u की स्केयर साइन स्केयर बटा जी स्केयर। ठीक है, क्योंकि सारे उपर स्केयर सी, एक जी नाल एक जी कट गया, की रह गया यू स्केयर साइन स्केयर थीटा बटा जी माइनस 1 बटा 2 यू स्केयर साइन स्केयर थीटा बटा जी, तुसीं इहनूं ध्यान नाल देखो दोहां नूं, यू स्केयर साइन स्केयर थीटा जी, बस ये मूहरे 1 बटा 2 है, ये मूहरे कुछ नहीं मतलब 1, तो यह मतलब ये दोनों टर्मां सेम ने,
ਤਾਂ ਜੇ ਆਪਾਂ ਕਿਵੇਂ ਕਰਦੇ ਹੁੰਦੇ ਹਾਂ, ਇੱਕ x ਚੋਂ ਅੱਧਾ x ਘਟਾਈਏ ਤਾਂ ਕੀ ਆਂਸਰ ਆਊਗਾ, ਅੱਧਾ x। ਇੱਕ ਚੋਂ ਅੱਧਾ ਘਟਾਈਏ ਤਾਂ ਸਿਮਿਲਰਲੀ ਇਹ 1 ਹੈ, ਇਹ ਅੱਧਾ ਹੈ, ਤਾਂ ਕੀ ਬਚ ਗਿਆ, ਅੱਧਾ u ਸਕੁਏਅਰ ਸਾਈਨ ਸਕੁਏਅਰ ਥੀਟਾ ਅੱਧਾ g। ਤਾਂ ਦਿਸ ਇਜ਼ ਦ ਵੈਲਿਊ ਆਫ ਮੈਕਸੀਮਮ ਹਾਈਟ ਅਟੇਨ, ਕਿ ਕਿੰਨਾ ਵੱਧ ਤੋਂ ਵੱਧ ਉਹ ਉਚਾਈ 'ਤੇ ਜਾਊਗਾ। ਠੀਕ ਹੈ, ਇਹ ਸਾਰੇ ਫਾਰਮੂਲਿਆਂ ਦੀ ਵਰਤੋਂ ਜਿਹੜੀ ਹੈਗੀ ਹੈ ਫਿਰ ਫਿਜ਼ਿਕਸ, ਅਪਲਾਈਡ ਫਿਜ਼ਿਕਸ 'ਚ ਹੁੰਦੀ ਹੈ। ਅਪਲਾਈਡ ਫਿਜ਼ਿਕਸ ਮਤਲਬ ਜਦੋਂ ਆਪਾਂ ਇੰਜੀਨੀਅਰਿੰਗ ਕਰਦੇ ਹਾਂ, ਠੀਕ ਹੈ, ਤਾਂ ਉੱਥੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਵੈਲਿਊ ਜਿਹੜੀ ਹੈਗੀ ਹੈ ਲੋੜ ਪੈਂਦੀ ਹੈ, ਕਿਉਂਕਿ ਆਪਾਂ ਜਦੋਂ ਕੋਈ ਨਵੀਂ ਇਨਵੈਂਸ਼ਨ ਕਰਦੇ ਹਾਂ, ਕੋਈ ਨਵੀਆਂ ਚੀਜ਼ਾਂ ਬਣਾਉਂਦੇ ਹਾਂ, ਵੀ ਉਹਦੇ ਨਾਲ ਕਿੰਨੀ ਦੂਰ ਆਪਾਂ, ਜਿਵੇਂ ਗੇਮਸ ਦੇ ਵਿੱਚ ਵੀ ਕਿ ਖਿਲਾੜੀ ਕਿੰਨੇ ਜ਼ੋਰ ਲਾਵੇ, ਕਿੰਨੇ ਐਂਗਲ 'ਤੇ ਸਿੱਟੇ ਤਾਂ ਜੋ ਗੋਲਾ ਵੱਧ ਤੋਂ ਵੱਧ ਦੂਰ ਜਾਵੇ, ਇਹ ਸਾਰੀ ਚੀਜ਼ਾਂ ਦੀ ਵਰਤੋਂ ਉੱਥੇ ਹੁੰਦੀ ਹੈ। ਤੋਪ ਬਣਾਉਣੀ ਹੈ, ਕੋਈ ਪ੍ਰੋਜੈਕਟਾਈਲ ਬਣਾਉਣਾ, ਕੋਈ ਮਿਜ਼ਾਈਲ ਬਣਾਉਣੀ ਹੈ, ਤਾਂ ਸਾਰੀ ਚੀਜ਼ਾਂ ਦੀ ਵਰਤੋਂ ਜਿਹੜੀ ਹੈਗੀ ਹੈ ਉਹਨਾਂ ਚੀਜ਼ਾਂ ਦੇ ਵਿੱਚ ਹੁੰਦੀ ਹੈ। ਤਾਂ ਇੱਕ ਸਾਡੇ ਕੋਲ ਟੌਪਿਕ ਰਹਿ ਗਿਆ ਲਾਸਟ, ਟੂ ਐਂਗਲ ਆਫ ਪ੍ਰੋਜੈਕਸ਼ਨ ਫੋਰ ਸੇਮ ਹੋਰੀਜ਼ੋਨਟਲ ਰੇਂਜ। ਟੂ ਐਂਗਲ ਆਫ ਪ੍ਰੋਜੈਕਸ਼ਨ ਫੋਰ ਸੇਮ ਹੋਰੀਜ਼ੋਨਟਲ ਰੇਂਜ। ਹੋਰੀਜ਼ੋਨਟਲ ਰੇਂਜ ਸੇਮ ਹੋਵੇ ਤਾਂ ਉਹਦੇ ਵਾਸਤੇ ਦੋ ਐਂਗਲ ਆਫ ਪ੍ਰੋਜੈਕਸ਼ਨ ਹੁੰਦੇ ਨੇ। ਕੀ ਮਤਲਬ ਹੈ, ਹੁਣ ਆਪਾਂ ਆਹ ਕੱਢੀਏ ਹੋਰੀਜ਼ੋਨਟਲ ਰੇਂਜ, ਦੇਖੋ ਕੀ ਸੀਗਾ, r ਬਰਾਬਰ ਹੈ ਸਾਡੇ ਕੋਲ ਕੀ ਸੀਗਾ, u ਸਕੁਏਅਰ ਸਾਈਨ 2 ਥੀਟਾ ਬਟਾ g, ਇਹ ਸੀਗਾ ਸਾਡੇ ਕੋਲ ਫਾਰਮੂਲਾ। ਕਹਿੰਦਾ ਸਾਡੇ ਕੋਲੇ ਆਹ ਜਿਹੜਾ ਥੀਟਾ ਹੈ ਇਹ ਦੋ ਅਲੱਗ-ਅਲੱਗ ਐਂਗਲਾਂ ਦੇ ਉੱਪਰ, ਹੁਣ ਆਪਾਂ ਇੱਕੋ ਐਂਗਲ ਤੇ ਮਾਰਿਆ, ਦੋ ਅਲੱਗ-ਅਲੱਗ ਐਂਗਲਾਂ ਦੇ ਉੱਪਰ ਸਿੱਟਣ ਨਾਲ ਵੀ ਪ੍ਰੋਜੈਕਟਾਈਲ ਜਿਹੜਾ ਉਹ ਸੇਮ ਦੂਰੀ ਤੈਅ ਕਰੂਗਾ ਹੋਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ। ਦੋ ਅਲੱਗ-ਅਲੱਗ ਐਂਗਲਾਂ ਦੇ ਉੱਪਰ ਸੁੱਟਣ ਨਾਲ ਵੀ ਉਹ ਦੋ ਸੇਮ ਦੂਰੀ ਤੈਅ ਕਰੂਗਾ। ਕਿਵੇਂ, ਕਹਿੰਦਾ ਚੇਂਜ ਕਰ ਦਿਓ, ਚੇਂਜ ਥੀਟਾ ਦੀ ਥਾਂ ਤੇ ਕੀ ਚੇਂਜ ਕਰ ਦਿਓ, 90 ਮਾਈਨਸ ਥੀਟਾ। ਠੀਕ ਹੈ, ਤਾਂ ਕੀ ਬਣੂਗਾ, r ਇਜ਼ੀਕਲ ਟੂ u ਸਕੁਏਅਰ ਸਾਈਨ 2 ਥੀਟਾ ਦੀ ਥਾਂ ਤੇ ਕੀ ਭਰ ਦਿਓ, 90 ਮਾਈਨਸ ਥੀਟਾ ਬਟਾ g, ਤਾਂ ਕੀ ਬਣੂਗਾ, ਸਾਈਨ, ਇਹਨੂੰ ਅੰਦਰ ਗੁਣਾ ਕਰੋ, ਸਾਈਨ 180 ਮਾਈਨਸ 2 ਥੀਟਾ, 2 ਨੂੰ ਅੰਦਰ ਗੁਣਾ ਕਰਤਾ, 2 ਗੁਣਾ 90 180, ਥੀਟਾ ਗੁਣਾ 2 2 ਥੀਟਾ ਬਟਾ g u ਸਕੁਏਅਰ। ਹੁਣ ਯਾਦ ਕਰੋ ਮੈਂ ਤੁਹਾਨੂੰ ਸਿਖਾਇਆ ਸੀਗਾ ਕਿ ਜਦੋਂ 90 ਮਾਈਨਸ ਥੀਟਾ ਹੁੰਦਾ ਤਾਂ cos ਥੀਟਾ ਬਣ ਜਾਂਦਾ ਹੈ, ਜਦੋਂ 180 ਹੁੰਦਾ ਤਾਂ ਸਾਈਨ ਦਾ ਕੀ ਰਹੂਗਾ, ਸਾਈਨ। ਹੁਣ 180 ਮਾਈਨਸ ਥੀਟਾ ਮਤਲਬ ਇੱਥੇ ਆ ਦੂਜੇ ਖਾਨੇ ਦੇ ਵਿੱਚ, ਤੇ ਤੁਹਾਨੂੰ ਦੱਸਿਆ ਸੀ ਦੂਜੇ ਖਾਨੇ 'ਚ ਸਾਈਨ ਤੇ ਕੋਸੀਕੰਟ ਦੀ ਵੈਲਿਊ ਪੋਜ਼ਿਟਿਵ ਹੁੰਦੀ ਹੈ, ਮਤਲਬ ਇਹਦੇ ਮੂਹਰੇ ਕੁਛ ਚੇਂਜ ਨਹੀਂ ਆਉਂਦਾ। ਸਾਈਨ, ਇਹਦਾ ਮਤਲਬ ਬਣ ਗਿਆ ਸਾਈਨ 180 ਮਾਈਨਸ 2 ਥੀਟਾ ਮਤਲਬ ਸਾਈਨ 2 ਥੀਟਾ, ਸਾਈਨ 2 ਥੀਟਾ, ਇਹ ਗਲਤੀ ਨਾਲ ਲਿਖਿਆ ਗਿਆ। ਤਾਂ ਇਹਦਾ ਮਤਲਬ r ਦੀ ਵੈਲਿਊ ਕਿੰਨੀ ਆ ਗਈ, r ਦੀ ਵੈਲਿਊ ਤਾਂ ਫੇਰ ਸੇਮ ਉਹੀ ਆ ਗਈ, r ਦੀ ਵੈਲਿਊ ਫੇਰ ਸੇਮ ਉਹੀ ਆ ਗਈ। ਇਹਦਾ ਮਤਲਬ ਕੀ ਹੋ ਗਿਆ, ਹੁਣ ਇਹਨੂੰ ਇੱਥੋਂ ਦੇਖੋ, ਆਪਣੇ ਇਸ ਤਰ੍ਹਾਂ ਮਾਰਿਆ ਸੀ ਭਗਾ ਕੇ, ਆਹ ਐਂਗਲ ਸੀ ਆਪਣਾ। ਹੁਣ ਇਹਦਾ ਮਤਲਬ ਚਾਹੇ ਤਾਂ ਇਸ ਐਂਗਲ 'ਤੇ ਮੰਨ ਲਓ ਜੇ ਐਂਗਲ 30 ਹੈ, ਤਾਂ ਚਾਹੇ ਤਾਂ ਐਂਗਲ 30 ਤੇ ਆਹ ਜਿਹੜਾ ਬਾਕੀ ਬਚਿਆ ਐਂਗਲ ਹੈ ਇਹ ਹੋ ਗਿਆ 60। ਫਿਰ ਚਾਹੇ ਤਾਂ ਜਿੰਨੀ ਦੂਰੀ 30 ਐਂਗਲ 'ਤੇ ਜਾ ਕੇ ਮਾਰ ਕੇ ਦੂਰੀ ਤੈਅ ਕਰਨੀ ਹੈ, ਜੇ 60 'ਤੇ ਮਾਰੋਗੇ ਤਾਂ ਵੀ ਸੇਮ ਹੀ ਦੂਰੀ ਇਹ ਤੈਅ ਕਰੂਗਾ। 30 ਵਾਸਤੇ ਵੀ 19 ਦੂਰੀ ਤੈਅ ਕਰੂਗਾ, 60 ਵਾਸਤੇ ਵੀ 19 ਦੂਰੀ ਤੈਅ ਕਰੂਗਾ। ਮਤਲਬ ਹੋਰੀਜ਼ੋਨਟਲ ਰੇਂਜ ਹੈ ਜਿਹੜੀ ਉਹ ਦੋ ਐਂਗਲ ਦੇ ਉੱਪਰ ਸੇਮ ਆਉਂਦੀ ਹੈ। ਹੋਰੀਜ਼ੋਨਟਲ ਰੇਂਜ ਹੈ ਜਿਹੜੀ ਉਹ ਦੋ ਐਂਗਲ ਦੇ ਉੱਪਰ ਸੇਮ ਆਉਂਦੀ ਹੈ। ਠੀਕ ਹੈ, ਤੇ ਇਹਦੀ ਜਿਹੜੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ, ਮੈਕਸਿਮਮ ਵੈਲਿਊ ਹੁਣ ਦੇਖੀਏ ਆਪਾਂ ਮੈਕਸਿਮਮ ਵੈਲਿਊ ਕਿੰਨੀ ਹੋਊਗੀ। ਹੁਣ r ਬਰਾਬਰ ਹੈ u ਸਕੁਏਅਰ ਸਾਈਨ 2 ਥੀਟਾ ਬਟਾ g। ਹੁਣ ਮੈਕਸਿਮਮ ਵੈਲਿਊ u ਦਾ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਹੋ ਉਨਾ ਹੀ ਲੱਗੂਗਾ, g ਦੀ ਵੈਲਿਊ ਵੀ ਕੌਨਸਟੈਂਟ ਹੈ, ਤਾਂ ਸਾਡੀ ਮੈਕਸਿਮਮ ਵੈਲਿਊ ਡਿਪੈਂਡ ਕਰਦੀ ਹੈ ਇਹਦੇ ਉੱਪਰ, ਸਾਈਨ 2 ਥੀਟਾ ਦੇ ਉੱਪਰ। ਸਾਈਨ ਦੀ ਮੈਕਸਿਮਮ ਵੈਲਿਊ 1 ਹੁੰਦੀ ਹੈ, ਜੋ ਵੀ ਸਾਈਨ ਦਾ ਜਿਹੜਾ ਮਰਜ਼ੀ ਐਂਗਲ ਭਰ ਦਿਓ, 30 45 ਜੋ ਸਾਰੇ ਐਂਗਲ ਭਰ ਕੇ ਦੇਖ ਲਓ ਜਿੰਨੇ ਤੁਸੀਂ ਭਰ ਸਕਦੇ ਹੋ, ਵੱਧ ਤੋਂ ਵੱਧ ਵੈਲਿਊ ਆਉਂਦੀ ਹੈ 1। ਪਰ ਕਦੋਂ ਆਉਂਦੀ ਹੈ, ਜਦੋਂ ਸਾਈਨ ਦੀ ਆਹ ਐਂਗਲ ਦੀ ਵੈਲਿਊ, ਜਿਹੜਾ ਆਹ ਐਂਗਲ ਹੈ ਇਹ ਕਿੰਨਾ ਹੋਵੇ, 90 ਹੋਵੇ। ਸਾਈਨ ਦੀ ਜਿਹੜੀ ਮੈਕਸਿਮਮ ਵੈਲਿਊ 90 ਤੇ ਹੁੰਦੀ ਹੈ, ਇਹਦਾ ਮਤਲਬ ਆਹ ਜਿਹੜਾ ਐਂਗਲ ਹੈ, ਆਹ ਐਂਗਲ 2 ਥੀਟਾ, ਇਹਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ, 90, ਤਾਂ ਇਹ ਵੱਧ ਤੋਂ ਵੱਧ ਦੂਰ ਜਾਊਗਾ। ਮੈਕਸਿਮਮ ਵੈਲਿਊ ਦਾ ਮਤਲਬ ਹੁੰਦਾ ਵੱਧ ਤੋਂ ਵੱਧ ਕਿੰਨਾ ਦੂਰ ਜਾਊਗਾ, ਤਾਂ ਥੀਟਾ ਦੀ ਵੈਲਿਊ ਕਿੰਨੀ ਆ ਗਈ, 90 ਬਟਾ 2। ਇਹਦਾ ਮਤਲਬ ਤੁਸੀਂ ਜੇ ਵੱਧ ਤੋਂ ਵੱਧ ਕਿਸੇ ਚੀਜ਼ ਨੂੰ ਦੂਰ ਭਗਾ ਕੇ ਮਾਰਨਾ ਹੈ ਪ੍ਰੋਜੈਕਟਾਈਲ ਦੀ ਤਰ੍ਹਾਂ, ਤਾਂ ਤੁਸੀਂ ਜੇਕਰ 45 ਡਿਗਰੀ ਦੇ ਐਂਗਲ 'ਤੇ ਭਗਾ ਕੇ ਮਾਰੋਗੇ ਤਾਂ ਉਹ ਵੱਧ ਤੋਂ ਵੱਧ ਦੂਰੀ ਤੈਅ ਕਰੂਗਾ। ਠੀਕ ਹੈ, 45 ਡਿਗਰੀ ਦੇ ਐਂਗਲ 'ਤੇ ਭਗਾ ਕੇ ਮਾਰੋਗੇ ਤਾਂ ਵੱਧ ਤੋਂ ਵੱਧ ਦੂਰੀ ਉਹ ਤੈਅ ਕਰੂਗਾ। ਤਾਂ ਮੈਕਸਿਮਮ ਹੋਰੀਜ਼ੋਨਟਲ ਰੇਂਜ ਵਾਸਤੇ ਐਂਗਲ ਕਿੰਨਾ ਹੋਣਾ ਚਾਹੀਦਾ ਹੈ, 45 ਹੋਣਾ ਚਾਹੀਦਾ। ਠੀਕ ਹੈ, ਉਮੀਦ ਕਰਦਾ ਤੁਹਾਨੂੰ ਅੱਜ ਤੱਕ ਸਮਝ ਆ ਗਿਆ ਹੋਊਗਾ। ਇਹਦੇ ਨਾਲ ਰਿਲੇਟਡ ਕੁਛ ਨਿਊਮੈਰੀਕਲ ਨੇ ਉਹ ਆਪਾਂ ਅਗਲੀ ਕਲਾਸ 'ਚ ਕਰ ਲਾਂਗੇ। ਤਾਂ ਤੁਸੀਂ ਜਿਹੜਾ ਮੈਂ ਤੁਹਾਨੂੰ PDF ਭੇਜੀ ਸੀ ਉਹ ਇੱਥੇ ਤੱਕ ਦੀ PDF ਸੀਗੀ, ਤਾਂ ਤੁਸੀਂ ਇਹਨੂੰ ਧਿਆਨ ਨਾਲ ਵੀਡੀਓ ਨੂੰ ਦੇਖ ਲਓ ਦੁਬਾਰਾ ਬਾਰ-ਬਾਰ, ਤੇ ਸਾਰਾ ਟੌਪਿਕ ਹੈ ਜਿਹੜਾ ਸਮਝ ਲਓ, ਤਾਂ ਜੋ ਪੇਪਰ 'ਚ ਆਪਾਂ ਵਧੀਆ ਨੰਬਰ ਹੈ ਉਹ ਲੈ ਸਕੀਏ। ਥੈਂਕ ਯੂ।